ਨਾ ਉਹਦਾ ਪੇਕਿਆਂ ਦਾ ਘਰ ਹੈ ਨਾ ਸਹੁਰਿਆਂ ਦਾ ਘਰ ਆ। ਪੇਕੇ ਵਾਲੇ ਕਹਿੰਦੇ ਨੇ ਸਹੁਰਾ ਤੇਰਾ ਘਰ ਆ, ਸਹੁਰੇ ਵਾਲੇ ਕਹਿੰਦੇ ਨੇ ਪੇਕੇ ਹਨਾ, ਤੇ ਉਹਨੂੰ ਚੱਲਦਾ ਕੋਈ ਵੀ ਨਹੀਂ, ਨਾ ਉਹਨੂੰ ਪੇਕੇ ਚੱਲਦੇ ਆ ਨਾ ਉਹਨੂੰ ਸਹੁਰੇ ਚੱਲਦੇ ਆ, ਤੇ ਅਖੀਰ ਉਹਨੂੰ ਆਣ ਕੇ ਬਾਲ ਬੱਚਾ ਵੀ ਨਹੀਂ ਚੱਲਦਾ। ਮੇਰੀਆਂ ਬੇਟੀਆਂ ਹੋਈਆਂ ਸੀ, ਇੱਕ ਪਹਿਲਾਂ ਬੇਟੀ ਹੋਈ ਸੀ ਜਿੱਦਾਂ 91 ਦੇ ਵਿੱਚ, ਇੱਕ ਬੇਟੀ ਹੋਈ ਸੀ 1.5 ਮਹੀਨੇ ਦੀ ਸੀ। ਉਹ ਘਰ ਵਾਲੇ ਨੇ ਜਿਸ ਤਰ੍ਹਾਂ ਚੁੱਕ ਕੇ ਮਾਰੀ ਸ਼ਰਾਬ ਦੇ ਖਾਤਰ 50 ਰੁਪਈਆ ਪਿੱਛੇ, ਉਹ ਵੀ ਉਹਨੇ ਮਾਰੀ, 50 ਰੁਪਏ ਲੈਣ ਲੱਗੇ ਨੇ। ਥੋੜੇ ਕੁ ਦਿਨ ਜਿੱਦਾਂ 5-4 ਦਿਨ ਰਹੀ ਆ, ਉਹਨੂੰ ਟੱਟੀਆਂ ਉਲਟੀਆਂ ਖੂਨ ਦੀਆਂ ਲੱਗ ਗਈਆਂ, ਉਹ ਮਰ ਗਈ। ਪੇਕੇ ਪਰਿਵਾਰ ਵੱਲੋਂ ਕੋਈ ਸਪੋਰਟ ਨਹੀਂ ਮਿਲੀ, ਭਰਾਵਾਂ ਵੱਲੋਂ? ਉਹਨਾਂ ਨੇ ਕੀ ਕਹਿਣਾ ਸੀ, ਉਹ ਕਹਿੰਦੇ ਸੀ ਉਹਦੀ ਉਹਨੇ ਮਾਰ ਦਿੱਤੀ, ਇੱਕੋ ਹੀ ਸਵਾਲ ਸੀ, ਉਹਦੀ ਉਹਨੇ ਮਾਰ ਦਿੱਤੀ। ਪੇਕੇ ਪਰਿਵਾਰ ਵੀ ਇਹ ਗੱਲਾਂ ਕਹਿੰਦਾ ਸੀ? ਜਦੋਂ ਉੱਥੇ ਕੁਛ ਹੁੰਦਾ ਹੀ ਨਹੀਂ ਸੀ, ਸ਼ਰਾਬ ਪੀ ਕੇ ਤੇ ਇੰਨਾ ਕੁੱਟਦਾ ਹੁੰਦਾ ਸੀ, ਉੱਥੇ ਕੋਈ ਡਰਦਾ ਵੜਦਾ ਨਹੀਂ ਸੀ ਹੁੰਦਾ। ਦੂਜੀ ਮੈਂ ਹੁਣ ਆਪਣਾ ਜਿੱਦਾਂ ਬੇਟਾ ਵਿਆਹਣਾ ਆ, ਉੱਥੇ ਕੀ ਗੱਲ ਆਂਡੀ ਆ ਕਿ ਮੁੰਡੇ ਦੀ ਮਾਂ ਗੱਡੀ ਚਲਾਉਂਦੀ ਆ। ਤੁਸੀਂ ਐਂਬੂਲੈਂਸ ਵੱਲ ਤਾਂ ਮੈਮ ਕਦੋਂ ਸੋਚਿਆ ਵੀ ਹਾਂ ਮੈਂ ਚਲਾਉਣੀ ਉਹ ਐਂਬੂਲੈਂਸ ਆ? ਹੋਰ ਵੀ ਬਹੁਤ ਕਿੱਤੇ ਨੇ ਜਿਹੜੀਆਂ ਲੇਡੀਜ਼ ਕਰ ਸਕਦੀਆਂ ਨੇ, ਤੁਸੀਂ ਐਂਬੂਲੈਂਸ ਹੀ ਕਿਉਂ ਚੁਣਿਆ? ਬੇਟਾ ਮੇਰਾ 1.5-2 ਸਾਲ ਦਾ ਸੀ, ਉਹਨੇ ਇੱਕ ਆਪਣੇ ਪਿਓ ਕੋਲ ਕੁਲਫੀ ਮੰਗੀ ਸੀ। ਉਹਨਾਂ ਸਮਿਆਂ 'ਚ 54 ਦੀ 25 ਪੈਸੇ ਦੀ ਕੁਲਫੀ ਆਉਂਦੀ ਸੀ, ਤੇ ਮੇਰੇ ਘਰ ਵਾਲੇ ਨੇ ਕੱਟੇ ਦੀ ਸੰਗਲੀ ਲਾ ਕੇ ਉਹਨੂੰ ਇੰਨਾ ਕੁ ਕੁੱਟਿਆ ਸੀ ਨਾ, ਬੱਚੇ ਨੂੰ ਕੁੱਟਿਆ ਕਿ ਇੱਕ ਕੀ ਕੁਲਫੀ ਕੀ ਚੀਜ਼ ਹੁੰਦੀ ਆ। ਪੁਲਿਸ ਵਾਲੇ ਨੇ ਮੇਰੇ ਨਾਲ ਹੌਲੀ ਹੌਲੀ ਟੱਚ ਕਰਦੇ ਕਰਦੇ ਮੇਰੇ ਮੋਢੇ ਤੱਕ ਆ ਗਿਆ, ਟੱਚ ਕਰਦਾ ਕਰਦਾ ਗੱਲ ਕਰਦਾ, ਤੂੰ ਗੱਲ ਕਰਨ ਤੁਸੀਂ ਡਰਾਈਵ ਕਰ ਰਹੇ ਸੀ? ਮੈਂ ਡਰਾਈਵ ਕਰਨ ਡਈ ਆ, ਤੂੰ ਗੱਲ ਕਰਨ ਡਿਆ, ਤੂੰ ਜ਼ਬਾਨ ਨਾਲ ਗੱਲ ਕਰ, ਕੋਈ ਨਹੀਂ ਮੈਂ ਤੁਹਾਡਾ ਸਹਾਰਾ ਆ, ਤੂੰ ਮੇਰਾ ਸਹਾਰਾ ਮਾਮਾ ਲੱਗਣਾ, ਤੂੰ ਮੇਰਾ ਸਹਾਰਾ ਆ। ਮੈਂ ਫਿਰ ਗੱਡੀ ਸਾਈਡ ਤੇ ਲਾ ਕੇ, ਮੇਰੇ ਗੱਡੀ ਦੇ ਵਿੱਚ ਹਥਿਆਰ ਸੀ, ਮੈਂ ਕੱਢ ਲਿਆ ਬਾਹਰ। ਮੇਰੇ ਘਰ ਵਾਲੇ ਨੇ ਮੈਨੂੰ ਸ਼ਰਾਬ ਦੇ ਵਿੱਚ 200 ਰੁਪਏ 'ਚ ਵੇਚ ਵੀ ਦਿੱਤਾ ਸੀ। ਬੰਦੇ ਨੇ ਜਿਹਨੂੰ ਸਾਰਾ ਕੁਝ ਹੀ ਵੇਚ ਦਿੱਤਾ ਤੇ ਜਨਾਨੀ ਵੇਚ ਦਿੱਤੀ, ਤਾਂ ਪਿੱਛੇ ਕੀ ਰਹਿ ਗਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹਿਮਨਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ। ਆਪਣੇ ਸਮਾਜ ਦੇ ਵਿੱਚ ਔਰਤਾਂ ਨੂੰ ਇੱਕ ਐਸਾ ਦਰਜਾ ਦਿੱਤਾ ਜਾਂਦਾ ਹੈ ਵੀ ਸ਼ਾਇਦ ਉਹ ਇੱਕ ਰੋਟੀ ਪਕਾਉਣ ਨੂੰ ਨੇ। ਮੇਲ ਡੋਮੀਨੈਂਸੀ ਦੇ ਨਾਲ ਜਿਹੜੀਆਂ ਔਰਤਾਂ ਝੁਰ ਰਹੀਆਂ ਨੇ, ਕੁਝ ਪਰਦੇ ਚੱਕ ਕੇ ਅੱਗੇ ਆ ਰਹੀਆਂ ਨੇ ਤੇ ਕੁਝ ਪਰਦੇ ਪਿੱਛੇ ਬੈਠੀਆਂ ਨੇ। ਇੱਕ ਐਸੀ ਹੀ ਤੁਹਾਨੂੰ ਲੇਡੀ ਨਾਲ ਜਿਹੜੇ ਮੈਂ ਕਹੂੰਗੀ ਵੀ ਇੱਕ ਜ਼ਿੰਦਾ ਦਿਲੀ, ਜਿਹੜੇ ਦੂਜਿਆਂ ਦੇ ਮੋਟੀਵੇਟ ਦਾ ਸਹਾਰਾ ਬਣੇ ਹੋਏ ਨੇ, ਜਿਹੜੇ ਜਲੰਧਰ ਸ਼ਹਿਰ ਨੂੰ ਮੋਟੀਵੇਟ ਕਰ ਰਹੇ ਨੇ, ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਮਨਜੀਤ ਕੌਰ, ਐਂਬੂਲੈਂਸ ਡਰਾਈਵਰ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ। ਮੈਮ ਤੁਹਾਡੀ ਵੀਡੀਓਜ਼ ਦੇਖ ਕੇ ਜਿਹੜੀਆਂ ਵਾਇਰਲ ਹੋਈਆਂ ਨੇ, ਉਹਨਾਂ ਨੂੰ ਦੇਖ ਕੇ ਅਸੀਂ ਤੁਹਾਡੇ ਕੋਲ ਪਹੁੰਚੇ। ਤੁਹਾਡੇ ਲਾਈਫ ਦੇ ਇੱਦਾਂ ਦੇ ਕੀ ਸਰਕਮਸਟੈਂਸਿਸ ਰਹਿ ਗਏ ਵੀ ਤੁਹਾਨੂੰ ਇੱਕ ਜਿਹੜੀ ਲੇਡੀ ਨੂੰ ਆਪਾਂ ਕਿਹਾ ਜਾਂਦਾ ਵੀ ਵਿਆਹ ਕਰਾ ਲਾ ਤੇਰੀ ਰੋਟੀ ਪੱਕਦੀ ਹੋ ਜੂਗੀ, ਵੀ ਘਰਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਅੱਜ ਤੁਸੀਂ ਸੜਕਾਂ 'ਤੇ ਉਹ ਵੀ ਐਂਬੂਲੈਂਸ ਚਲਾਉਂਦੇ ਫਿਰ ਰਹੇ ਹੋ? ਇਹ ਸਾਡਾ ਸਮਾਜ ਹੀ ਆ, ਸਾਡੀਆਂ ਔਰਤਾਂ ਨੂੰ ਦਬਾ ਕੇ ਰੱਖਦਾ। ਕੁਝ ਸਾਡੀਆਂ ਔਰਤਾਂ ਦੇ ਵੀ ਇਹ ਹਾਲਾਤ ਜਾਣ ਕੇ ਕਰ ਲੈਂਦੀਆਂ ਆ ਕਿ ਅਸੀਂ ਦੱਬੇ ਹੀ ਰਹਿਣਾ ਆ, ਪਰ ਜੇ ਆਪਾਂ ਉਹਨਾਂ ਨੂੰ ਸਹਾਰਾ ਮਿਲਦਾ ਆ ਨਾ, ਤਾਂ ਵੀ ਉਹ ਕੁਝ ਹੋ ਜਾਂਦੀਆਂ ਨੇ ਵੀ ਸਾਨੂੰ ਸਹਾਰਾ ਮਿਲਦਾ ਆ, ਕੋਈ ਗੱਲ ਨਹੀਂ, ਆਪਾਂ ਨੂੰ ਅੰਦਰ ਮਿਲੀ ਜਾਂਦਾ ਆ, ਠੀਕ ਆ। ਜਦੋਂ ਕੋਈ ਸਹਾਰਾ ਨਹੀਂ ਨਾ ਮਿਲਦਾ, ਫਿਰ ਬੰਦੇ ਨੂੰ ਇਹ ਸੋਚਣਾ ਚਾਹੀਦਾ ਕਿ ਨਹੀਂ ਅਸੀਂ ਆਪਣਾ ਕੁਝ ਕੰਮ ਕਰੀਏ, ਵੀ ਆਪਾਂ ਬਾਹਰ ਨਿਕਲੀਏ। ਆਪਣੇ ਪੰਜਾਬ ਦੇ ਵਿੱਚ, ਆਪਣੇ ਸਮਾਜ ਦੇ ਵਿੱਚ, ਆਪਾਂ ਇੰਡੀਆ ਦੀ ਗੱਲ ਕਰੀਏ, ਕਿਹਾ ਜਾਂਦਾ ਵੀ ਕੁੜੀਆਂ ਦਾ ਵਿਆਹ ਕਰ ਦਿਓ, ਸਹੁਰਾ ਪਰਿਵਾਰ ਉਹਨਾਂ ਦਾ, ਕੁੜੀਆਂ ਵਿਆਹ ਜੋਗੀਆਂ ਨੇ, ਇੱਕੋ ਚੀਜ਼ ਉਹਨਾਂ ਨੂੰ ਸੋਚਿਆ ਵਿਆਹ ਕਰਕੇ ਇਸ ਘਰ ਦੇ ਘਰ, ਪਰ ਉਹਦਾ ਕੋਈ ਵੀ ਨਹੀਂ, ਨਾ ਉਹਦਾ ਪੇਕਿਆਂ ਦਾ ਘਰ ਹੈ ਨਾ ਸਹੁਰਿਆਂ ਦਾ ਘਰ ਆ। ਪੇਕੇ ਵਾਲੇ ਕਹਿੰਦੇ ਨੇ ਸਹੁਰਾ ਤੇਰਾ ਘਰ ਆ, ਸਹੁਰੇ ਵਾਲੇ ਕਹਿੰਦੇ ਨੇ ਪੇਕੇ ਹਨਾ, ਤੇ ਉਹਨੂੰ ਚੱਲਦਾ ਕੋਈ ਵੀ ਨਹੀਂ, ਨਾ ਉਹਨੂੰ ਪੇਕੇ ਚੱਲਦੇ ਆ ਨਾ ਉਹਨੂੰ ਸਹੁਰੇ ਚੱਲਦੇ ਆ, ਤੇ ਅਖੀਰ ਉਹਨੂੰ ਆਣ ਕੇ ਬਾਲ ਬੱਚਾ ਵੀ ਨਹੀਂ ਚੱਲਦਾ, ਉਹਨੂੰ ਝੱਲੇ ਕੌਣ? ਫਿਰ ਉਹ ਆਪਣਾ ਆਪ ਹੀ ਮਜ਼ਬੂਤ ਕਰੇ। ਤੁਸੀਂ ਐਂਬੂਲੈਂਸ ਚਲਾਉਂਦੇ ਹੋ ਜਲੰਧਰ ਸ਼ਹਿਰ 'ਚ, ਤੁਹਾਨੂੰ ਇੱਕ ਐਂਬੂਲੈਂਸ ਵਾਲੀ, ਮਨਜੀਤ ਕੌਰ ਐਂਬੂਲੈਂਸ ਵਾਲੀ ਕਿਹਾ ਜਾਂਦਾ ਆ। ਕਿੰਨਾ ਕੁ ਤੁਹਾਨੂੰ ਇਸ ਚੀਜ਼ ਹੌਸਲਾ ਦਿੰਦੀ ਹੈ ਵੀ ਮੈਂ ਇੱਕ ਲੇਡੀ ਹੋ ਕੇ ਐਂਬੂਲੈਂਸ, ਇੱਕ ਦੇਖਦੇ ਹਾਂ ਔਰਤਾਂ ਬਹੁਤ ਕਮਜ਼ੋਰ ਦਿਲ ਦੀਆਂ ਹੁੰਦੀਆਂ ਨੇ ਕਿਹਾ ਜਾਂਦਾ ਆ, ਪਰ ਤੁਸੀਂ ਉਹ ਮਿਸਾਲ ਨੂੰ ਛੱਡ ਕੇ ਤੁਸੀਂ ਖੁਦ ਦਲੇਰ ਬਣ ਕੇ ਉਹ ਚੀਜ਼ ਨੂੰ ਢੋਈ ਫਿਰਦੇ ਹੋ। ਤੁਸੀਂ ਇਹ ਚੀਜ਼ ਨੂੰ ਸੋਚਿਆ ਵੀ ਹੋਣਾ ਤੇ ਸੁਣਿਆ ਵੀ ਹੋਣਾ ਆ ਕਿ ਮੈਂ ਭਾਰਤ ਦੀ ਪਹਿਲੀ ਐਂਬੂਲੈਂਸ ਡਰਾਈਵਰ ਸੀ ਜਦੋਂ ਮੈਂ ਚਲਾਉਣ ਲੱਗੀ ਸੀ 2007 ਦੇ ਵਿੱਚ। ਉਸ ਵੇਲੇ ਕੋਈ ਐਂਬੂਲੈਂਸ ਡਰਾਈਵਰ ਲੇਡੀਜ਼ ਨਹੀਂ ਸੀ ਹੈਗੀ, ਅੱਜ ਸ਼ਾਇਦ ਹੋਣਗੀਆਂ ਪਰ ਮੈਨੂੰ ਹਜੇ ਨਹੀਂ ਪਤਾ। ਪਰ ਡਰਨ ਦੀ ਗੱਲ ਜਿਹੜੀ ਰਹਿ ਗਈ, ਡਰਨਾ ਕਾਹਦਾ ਆ, ਮਰਿਆਂ ਤੋਂ ਕਾਹਦਾ ਡਰਨਾ? ਮੈਂ ਮਰਿਆਂ ਨੂੰ ਲੈ ਕੇ ਜਾਂਦੀ ਹਾਂ, ਮੈਨੂੰ ਜੀਂਦਿਆਂ ਤੋਂ ਡਰ ਲੱਗਦਾ। ਮੈਨੂੰ ਜੀਂਦਿਆਂ ਨੇ ਦੁੱਖ ਦਿੱਤੇ ਆ, ਮਰਿਆਂ ਨੇ ਨਹੀਂ ਕੋਈ ਦਿੱਤੇ। ਬਾਕੀ ਹਾਲਾਤ ਕੁਛ ਇੱਦਾਂ ਦੇ ਹੋ ਜਾਂਦੇ ਆ, ਬੰਦੇ ਨੂੰ ਆਪਣੇ ਜਿਹੜੇ ਦੁੱਖ ਹੁੰਦੇ ਆ ਨਾ ਉਹੀ ਚੇਤੇ ਆਉਂਦੇ ਨੇ, ਮਰਿਆ ਨਹੀਂ ਚੇਤੇ ਕੋਈ ਵੀ ਹੁੰਦਾ। ਦੁੱਖ ਛੋਟੇ ਲੱਗਣ ਲੱਗ ਜਾਂਦੇ। ਦੁੱਖ ਉੱਥੇ ਇਹ ਹੁੰਦੇ ਆ ਵੀ ਜਿੱਦਾਂ ਮਾਂ ਮਰ ਗਈ ਆ, ਉਹਨਾਂ ਦਾ ਦੁੱਖ ਲੱਗਦਾ ਕਿ ਜਦੋਂ ਮਾਂ ਮਰ ਗਈ ਹੈ ਤੇ ਧੀਆਂ ਨੂੰ ਕੋਈ ਨਹੀਂ ਪੁੱਛਦਾ। ਉੱਥੇ ਇਹ ਚੀਜ਼ਾਂ ਸੋਚਣ ਨੂੰ ਇਹ ਮਿਲਦੀਆਂ ਨੇ, ਨਾ ਕਿ ਇਹ ਮਿਲਦੇ ਆ ਮਰਿਆ ਸਾਨੂੰ ਚਿੰਬੜ ਜੂਗਾ। ਤੁਹਾਡੀ ਐਸੀ ਕੀ ਮਜਬੂਰੀ ਹੋ ਗਈ ਵੀ ਤੁਸੀਂ ਇੱਕ ਐਂਬੂਲੈਂਸ ਚਲਾਉਣ ਲੱਗੇ? ਫੈਮਿਲੀ ਵੱਲੋਂ ਐਸਾ ਕੀ ਮਿਲਿਆ? ਫੈਮਿਲੀ ਵੱਲੋਂ ਮੈਨੂੰ ਧੱਕੇ ਮਿਲੇ, ਬੇਇੱਜ਼ਤੀ ਮਿਲੀ, ਜੁੱਤੀਆਂ ਮਿਲੀਆਂ, ਕੁਛ ਨਹੀਂ ਮਿਲਿਆ। ਯਾਨੀ ਕਿ ਜਿੱਦਾਂ ਸਹੁਰਿਆਂ ਪੇਕਿਆਂ ਨੇ ਵਿਆਹ ਦਿੱਤਾ 15 ਸਾਲ ਦੀ ਉਮਰ ਦੇ ਵਿੱਚ, ਸਹੁਰਿਆਂ ਦੇ ਤੋਰ ਦਿੱਤਾ 15 ਸਾਲ ਦੀ ਉਮਰ ਦੀ ਨੂੰ, ਸ਼ਰਾਬੀ ਦੇ ਲੜ ਲਾਤਾ,
ਫੈਮਿਲੀ ਦੇ ਵਿੱਚ ਮੈਂਟਲ ਜੇਠ ਮੈਂਟਲ ਨਨਾਣ ਇੱਕ ਨਾ, ਅਤੇ ਉਤੋਂ ਇੱਕ 15 ਸਾਲ ਦੇ ਬੱਚੇ ਨੂੰ ਜਿਹਨੂੰ ਆਟਾ ਗੁੰਨਣਾ ਵੀ ਨਹੀਂ ਆਉਂਦਾ, ਰੋਟੀ ਬਣਾਉਣੀ ਵੀ ਨਹੀਂ ਆਉਂਦੀ, ਅਤੇ ਉਹਨੂੰ ਇੰਨੀ ਵੱਡੀ ਜ਼ਿੰਮੇਵਾਰੀਆਂ ਨਜਿੱਠਣ ਭੇਜ ਦੇਣਾ, ਇੰਨੀ ਵੱਡੀ ਜ਼ਿੰਮੇਵਾਰੀ ਦੇ ਵਿੱਚ ਭੇਜ ਦੇਣਾ, ਜਿਹੜੀ ਆਪ ਰੋਟੀ ਚੁੱਕ ਕੇ ਖਾ ਲੈਂਦੀ ਹੁੰਦੀ ਸੀ ਵੀ ਮਾਂ ਨੇ ਪਕਾਈ ਚੰਗੇਰ 'ਚ ਰੋਟੀ ਚੁੱਕ ਕੇ ਖਾ ਲਓ, ਹੈ ਨਾ। ਉੱਥੇ ਜਾ ਕੇ ਸਾਰਿਆਂ ਦੀਆਂ ਪਕਾ ਕੇ ਸਾਰਿਆਂ ਦੇ ਅੱਗੇ ਰੱਖਣੀਆਂ, ਅਤੇ ਕਿੰਨਾ ਔਖਾ ਲੱਗਦਾ। ਲੱਗਦਾ ਹੋਣਾ ਬਹੁਤ। ਮੈਂ ਜਿਸ ਦਿਨ ਵਿਆਹੀ ਆਈ ਸੀ ਉਸ ਦਿਨ ਮੈਂ ਤੁਹਾਨੂੰ ਦੱਸਿਆ ਮੇਰਾ ਸਾਰਿਆਂ 'ਚੋਂ ਰੰਗ ਕਾਲਾ ਆ। ਮੇਰੀ ਵੱਡੀ ਪ੍ਰੋਬਲਮ ਇਹ ਸੀ, ਜਦੋਂ ਮੈਨੂੰ ਉਹਨਾਂ ਨੇ ਵਿਆਹਿਆ ਸੀ ਅਤੇ ਮੇਰੇ ਮਹੀਨੇ ਦੇ ਵਿੱਚ ਮੇਰਾ ਜਿੱਦਾਂ ਵਿਆਹ ਹੋ ਗਿਆ, ਮੈਂ ਵਿਆਹ ਵਾਲੇ ਦਿਨ ਹਜੇ ਆਣ ਕੇ ਉਹਨਾਂ ਨੇ ਤੇਲ ਹੀ ਚੋਇਆ ਸੀ, ਅਤੇ ਜਦੋਂ ਘੁੰਡ ਚੁੱਕਦੇ ਆ ਆਪਣੇ ਪਿੰਡਾਂ ਦੇ ਵਿੱਚ, ਉਹਨਾਂ ਨੇ ਚੱਕਿਆ ਦੀ ਇੱਕੋ ਗੱਲ ਕਹਿਤੀ ਕਿ ਕੁੜੀ ਦੀ ਉਮਰ ਤੇ ਛੋਟੀ ਆ, ਰੰਗ ਕਾਲਾ ਆ। ਕਿੰਨੀ ਕਿਹੜੇ ਸਾਲ ਦੀ ਗੱਲ ਹੈ? 90 ਦੀ। ਤੇ ਉਸ ਸਾਲ ਦੇ ਵਿੱਚ ਤੁਹਾਨੂੰ 15 ਸਾਲ ਦਿਆਂ ਨੂੰ ਵਿਆਹ 15 ਸਾਲ ਦੀ ਨੂੰ ਮੈਨੂੰ ਵਿਆਹਿਆ ਸੀ, ਅਤੇ ਮੈਨੂੰ ਜਾਂਦੇ ਹੀ ਮਤਲਬ ਕਿ ਸਹੁਰਿਆਂ ਦੇ ਵਿੱਚ ਇਹ ਮਿਲ ਗਿਆ ਸੀ ਕਿ ਮੈਨੂੰ ਪਤਾ ਲੱਗ ਗਿਆ ਕਿ ਮੈਂ ਸਹੁਰਿਆਂ ਦੇ ਘਰ ਆ ਗਈ ਹਾਂ, ਕਿਉਂਕਿ ਪੇਕਿਆਂ ਦੇ ਘਰ ਮੈਂ ਲਾਡਲੀ ਮੇਰਾ ਨਾਂ ਰਾਣੀ ਰੱਖਿਆ ਸੀ ਮੇਰੀ ਮਾਂ ਨੇ, ਅਤੇ ਉੱਥੇ ਮੈਨੂੰ ਇਹ ਚੀਜ਼ ਵੇਖਣ ਨੂੰ ਮਿਲ ਗਈ ਸੀ, ਸੁਣਨ ਨੂੰ ਕਿ ਮੇਰਾ ਰੰਗ ਕਾਲਾ ਆ। ਉੱਥੇ ਮੈਨੂੰ ਮਹਿਸੂਸ ਹੋਇਆ ਕਿ ਹਾਂ ਸੱਚੀ ਸਹੁਰੇ ਆ। ਅਕਸਰ ਕਿ ਆਪਣੇ ਸਮਾਜ ਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ ਸਹੁਰਾ ਪਰਿਵਾਰ ਹੁੰਦਾ ਆ ਉਹ ਸ਼ਾਇਦ ਜੇ ਨੂੰਹ ਨੂੰ ਧੀ ਸਮਝੇ ਅਤੇ ਧੀ ਉਸ ਨੂੰ ਮਾਂ ਸਮਝੇ ਆਪਣੀ ਸੱਸ ਨੂੰ, ਅਤੇ ਕੋਈ ਮੈਨੂੰ ਲੱਗਦਾ ਐਸੀ ਪ੍ਰੋਬਲਮ ਨਹੀਂ ਹੋਊਗੀ ਵੀ ਉਹਨੂੰ ਸਹੁਰੇ ਘਰ ਦੇ ਵਿੱਚ ਫੇਸ ਕਰਨੀ ਪਵੇ। ਸਹੁਰਿਆਂ ਦੇ ਵਿੱਚ ਸਮਝਿਆ ਜਾਏ, ਕਿਉਂਕਿ ਸਾਡੀਆਂ ਭਰਜਾਈਆਂ ਸਾਡੀ ਮਾਂ ਨੇ ਸਮਝਿਆ ਸੀ ਉਹਨਾਂ ਨੂੰ ਧੀਆਂ ਸਮਝ ਕੇ ਉਹਨਾਂ ਨੂੰ ਸੌਂਪ ਦਿੱਤਾ ਸੀ ਕਿ ਜੇ ਮੈਂ ਇਹਨਾਂ ਨੂੰ ਧੀਆਂ ਬਣਾਇਆ ਤਾਂ ਮੇਰੀ ਧੀ ਦਾ ਵੀ ਚੰਗਾ ਘਰ ਲੱਭਣਗੇ, ਬਲਕਿ ਉਹਨਾਂ ਨੇ ਲੱਭਿਆ ਨਹੀਂ ਸੀ। ਪਰ ਮੈਮ ਕਿਤੇ ਨਾ ਕਿਤੇ ਤੁਸੀਂ ਆਪਣੀ ਫੈਮਿਲੀ ਦੀ ਗਲਤੀ ਨਹੀਂ ਸਮਝਦੇ? 15 ਸਾਲ ਦੇ ਵਿੱਚ ਐਸੀ ਕੀ ਮਜਬੂਰੀ ਹੋ ਗਈ ਵੀ ਤੁਹਾਨੂੰ ਵਿਆਹ ਕਰਾਉਣਾ ਪੈ ਗਿਆ? ਮੈਂ ਸਮਝਣੀ ਆ ਫੈਮਿਲੀ ਦੀ ਗਲਤੀ, ਮੈਂ ਸਮਝਣੀ ਆ ਇੱਥੇ ਮੇਰੀ ਮਾਂ ਦੀ ਮਜਬੂਰੀ ਸੀ ਕਿ ਮੇਰਾ ਪਿਓ ਬਿਮਾਰ ਹੋ ਗਿਆ ਸੀ, ਹੈ ਨਾ, ਅਤੇ ਜ਼ਮੀਨ ਜਿਹੜੀ ਸੀ ਮੇਰੇ ਮਾਂ ਦੇ ਅਤੇ ਭਰਾਵਾਂ ਦੇ ਨਾਂ ਸੀ, ਅਤੇ ਪਿਓ ਨੇ ਮੇਰੀ ਵਸੀਅਤ ਦੇ ਵਿੱਚ ਲਿਖ ਦਿੱਤਾ ਸੀ ਕਿ ਮੇਰੀ ਧੀ ਵਿਆਹਣ ਵਾਲੀ ਆ। ਆਪਣਾ ਲਾਲਚ ਉਹਨਾਂ ਨੇ ਦੇਖਿਆ, ਮੇਰਾ ਕੁਛ ਨਹੀਂ ਦੇਖਿਆ। ਮੇਰਾ ਉਹਨਾਂ ਨੇ ਦੇਖਿਆ ਕਿ ਇਹਦੀ ਉਮਰ ਛੋਟੀ ਆ, ਜਾਂ ਇਹਨੂੰ ਕੋਈ ਕੰਮ ਕਰਨਾ ਆਉਂਦਾ ਨਹੀਂ ਹੁੰਦਾ, ਫੈਮਿਲੀ ਸੰਭਾਲੂਗੀ ਕਿ ਨਹੀਂ ਸੰਭਾਲੂਗੀ। ਜੇ ਆਪਾਂ ਧੀ ਭੈਣ ਵਿਆਹ ਕੇ ਘਲਾਉਂਦੇ ਆ ਤਾਂ ਮਤਲਬ ਇਹੀ ਹੁੰਦਾ ਕਿ ਘਰ ਸੰਭਾਲਣ ਵਾਲੀ ਨੂੰਹ ਆ ਗਈ ਆ, ਕਹਿੰਦੇ ਤੇ ਆਪਾਂ ਇਹੀ ਆ ਨਾ। ਕੰਮ ਵਾਸਤੇ ਲੈਂਦਾ ਬਸ ਇਹਦਾ ਕੰਮ, ਇਹਨੂੰ ਇਹ ਨਹੀਂ ਦੇਖਣਾ ਉਹ ਦੁਖੀ ਆ ਉਹ ਸੁਖੀ ਆ, ਉਹਨੂੰ ਕੋਈ ਕਿਸੇ ਚੀਜ਼ ਨੂੰ ਮਿਲਣ ਨੂੰ ਜੀ ਕਰਦਾ, ਉਹਨੂੰ ਭੈਣ ਭਰਾ ਨੂੰ ਮਿਲਣ ਨੂੰ ਜੀ ਕਰਦਾ, ਜਾਂ ਮਾਂ ਪਿਓ ਨੂੰ ਨਾ, ਉਹਨੂੰ ਇਹ ਨਹੀਂ ਦੇਖਿਆ ਜਾਂਦਾ। ਜੇ ਉਹਨੂੰ ਖੰਘ ਤਾਪ ਬੁਖਾਰ ਵੀ ਆ ਕੁਛ, ਉਹਨੂੰ ਕੁਛ ਨਹੀਂ ਕਿਸੇ ਨੇ ਕਦੀ ਦੇਖਿਆ। ਮੈਂ ਲੋਕੀ ਤਾਂ ਕਹਿੰਦੇ ਆ ਨਾ ਕਿ ਸਾਡਾ ਸਮਾਜ ਨਹੀਂ, ਮੇਰੇ ਨਾਲ ਖੁਦ ਹੋਈਆਂ ਨੇ, ਇਹ ਨਹੀਂ ਸੀ ਦੇਖਿਆ ਕਿ ਜਾਂ ਇਹਦੇ ਨਿਆਣਾ ਨਿੱਕਾ ਹੋਇਆ ਹੈ, ਜਾਂ ਇਹਨੂੰ ਸ਼ਰਾਬ ਦੂਜਾ ਬੁਖਾਰ ਚੜਿਆ ਆ, ਜਾਂ ਇਹਨੇ ਰੋਟੀ ਖਾਧੀ ਆ ਨਹੀਂ ਖਾਧੀ, ਜਾਂ ਇਹਨੂੰ ਕੋਈ ਪ੍ਰੋਬਲਮ ਆ, ਕਦੀ ਨਹੀਂ ਸੀ ਉਹਨੇ ਮੈਨੂੰ ਬੰਦੇ ਨੇ ਪੁੱਛਿਆ। ਤੁਸੀਂ 15 ਸਾਲ ਦੇ ਸੀ, ਤੁਹਾਡੇ ਹਸਬੈਂਡ ਦੀ ਏਜ ਕਿੰਨੀ ਸੀ ਜਦ ਵਿਆਹ ਹੋਇਆ? ਉਹਦੀ 21-22 ਸਾਲ ਸੀ ਉਸ ਟਾਈਮ। ਤੋਂ ਵੱਡੇ ਸੀਗੇ? ਵੱਡੇ ਸੀ। ਸਹੁਰਾ ਪਰਿਵਾਰ ਦੇ ਵਿੱਚ ਤੁਸੀਂ ਐਸਾ ਕੀ ਨਹੀਂ ਤੁਹਾਨੂੰ ਸੁੱਖ ਮਿਲਿਆ ਜੋ ਤੁਸੀਂ ਅਲੱਗ ਆ ਕੇ ਰਹਿਣ ਲੱਗ ਗਏ? ਮਤਲਬ ਕਿ ਮੈਨੂੰ ਸੁੱਖ ਮਿਲਿਆ ਹੀ ਨਹੀਂ ਸੀ ਉੱਥੇ ਕੋਈ ਵੀ। ਇੱਕ ਟਾਈਮ ਹੁੰਦਾ ਨਾ ਬੰਦੇ ਨੂੰ ਕਿ 2 ਦਿਨ ਸੌਖੇ ਮਿਲ ਗਏ ਆ, ਚਲੋ ਮੈਂ ਮਹੀਨਾ ਉੱਥੇ ਚੰਗਾ ਕੱਟਿਆ ਜਾਂ ਨਹੀਂ, ਮੈਂ ਉੱਥੇ 1 ਦਿਨ ਵੀ ਨਹੀਂ ਚੰਗਾ ਕੱਟਿਆ। ਉਹਨਾਂ ਚਿਰ ਹੀ ਸੀ ਜਿੰਨਾ ਚਿਰ ਬਸ ਮੇਰੇ ਸਿਰ ਤੋਂ ਪਾਣੀ ਨਹੀਂ ਵਾਰਿਆ ਗਿਆ। ਤੇ ਅੱਗੇ ਫੈਮਿਲੀ ਦੇ ਵਿੱਚ ਤੁਸੀਂ ਆਪਣਾ ਵਾਧਾ ਨਹੀਂ ਕੀਤਾ, ਕੋਈ ਬੱਚਾ ਅੱਗੇ? ਮੇਰੀਆਂ ਬੇਟੀਆਂ ਹੋਈਆਂ ਸੀ, ਇੱਕ ਪਹਿਲਾਂ ਬੇਟੀ ਹੋਈ ਸੀ ਜਿੱਦਾਂ 91 ਦੇ ਵਿੱਚ, ਇੱਕ ਬੇਟੀ ਹੋਈ ਸੀ 1.5 ਮਹੀਨੇ ਦੀ ਸੀ। ਉਹ ਘਰ ਵਾਲੇ ਨੇ ਜਿਸ ਤਰ੍ਹਾਂ ਚੁੱਕ ਕੇ ਮਾਰੀ ਸ਼ਰਾਬ ਦੇ ਖਾਤਰ 50 ਰੁਪਈਆਂ ਪਿੱਛੇ, ਉਹ ਵੀ ਉਹਨੇ ਮਾਰੀ, 50 ਰੁਪਏ ਲੈਣ ਲੱਗੇ ਨੇ। ਥੋੜ੍ਹੇ ਕੁ ਦਿਨ ਜਿੱਦਾਂ 5-4 ਦਿਨ ਰਹੀ ਆ, ਉਹਨੂੰ ਟੱਟੀਆਂ ਉਲਟੀਆਂ ਖੂਨ ਦੀਆਂ ਲੱਗ ਗਈਆਂ, ਉਹ ਮਰ ਗਈ। ਤੇ ਘਰ ਵਾਲੇ ਨੇ ਕੋਈ ਦੁੱਖ ਨਹੀਂ ਉਹ ਕੀਤਾ? ਉਹ ਕਹਿੰਦਾ ਸੀ ਮੇਰੀ ਆ, ਮਰ ਗਈ ਆ ਤੇ ਕੀ ਹੋ ਗਿਆ। ਤੇ ਸਹੁਰੇ ਪਰਿਵਾਰ ਵੱਲੋਂ ਜਾਂ ਫੈਮਿਲੀ ਵੱਲੋਂ, ਤੁਹਾਡੇ ਪੇਕੇ ਪਰਿਵਾਰ ਵੱਲੋਂ ਕੋਈ ਅੱਗੇ ਨਹੀਂ ਆਇਆ ਉਸ ਚੀਜ਼ ਨੂੰ? ਤੁਸੀਂ ਕਿਸੇ ਨੂੰ ਦੱਸਿਆ ਨਹੀਂ ਹੈਗਾ? ਮੈਂ ਜਿਸ ਤਰ੍ਹਾਂ ਲੈ ਕੇ ਗਈ ਹਾਂ ਉਹਨੂੰ, ਖੂਨ ਦੀਆਂ ਟੱਟੀਆਂ ਉਲਟੀਆਂ ਲੱਗ ਗਈਆਂ, ਮੈਂ ਆਪਣੀ ਮਾਂ ਕੋਲ ਲੈ ਕੇ ਗਈ ਹਾਂ, ਉੱਥੇ 2 ਦਿਨ ਰਹੀ ਹਾਂ, ਉਹਨਾਂ ਨੇ ਇਲਾਜ ਕਰਾਇਆ। ਮਾਂ ਮੇਰੀ ਕਹਿਣ ਲੱਗੀ ਬਿਮਾਰ ਜ਼ਿਆਦੀ ਹੈ ਤੇ ਇਹਨੂੰ ਲੈ ਜਾ, ਕੱਲ੍ਹ ਨੂੰ ਕੁਛ ਹੋ ਗਿਆ ਤਾਂ ਉਹਨਾਂ ਨੇ ਕਹਿਣਾ ਪੇਕਿਆਂ ਨੇ ਮਾਰ ਦਿੱਤੀ ਆ। ਜਿਸ ਤਰ੍ਹਾਂ ਮੈਂ ਉੱਥੋਂ ਉਹਨੂੰ ਸਵੇਰ ਨੂੰ ਲੈ ਕੇ ਆਈ ਹਾਂ ਅਤੇ 11-12 ਵਜੇ ਉਹ ਐਕਸਪਾਇਰ ਹੋ ਗਈ ਸੀ। ਤੇ ਉਸ ਤੋਂ ਬਾਅਦ ਤੁਹਾਡੇ ਤੇ ਕੀ ਬੀਤੀ? ਤੁਸੀਂ ਅਲੱਗ ਹੋਣ ਦਾ ਨਹੀਂ ਸੋਚਿਆ ਵੀ ਉਹ ਇੰਨਾ ਜ਼ਾਲਮ ਬੰਦਾ ਜਿਹੜਾ ਆਪਣੀ ਧੀ ਨੂੰ ਮਾਰ ਸਕਦਾ ਥੱਲੇ ਸੁੱਟ ਕੇ, ਵੀ ਉਹ ਤੁਹਾਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਪਹੁੰਚਾ ਸਕਦਾ ਆ? ਨਹੀਂ, ਇਸ ਚੀਜ਼ ਬਾਰੇ ਸੋਚਣ ਦਾ ਉੱਥੇ ਕੋਈ ਮੌਕਾ ਹੀ ਨਹੀਂ ਸੀ ਮਿਲਦਾ। ਸੋਚ ਕੇ ਤਾਂ ਦੱਸਣਾ ਕਿਹਨੂੰ ਸੀ ਉੱਥੇ? ਪੇਕੇ ਪਰਿਵਾਰ ਵੱਲੋਂ ਕੋਈ ਸਪੋਰਟ ਨਹੀਂ ਮਿਲੀ? ਭਰਾਵਾਂ ਵੱਲੋਂ? ਉਹਨਾਂ ਨੇ ਕੀ ਕਹਿਣਾ ਸੀ, ਉਹ ਕਹਿੰਦੇ ਸੀ ਉਹਦੀ ਉਹਨੇ ਮਾਰ ਦਿੱਤੀ। ਇੱਕੋ ਹੀ ਸਵਾਲ ਸੀ, ਉਹਦੀ ਉਹਨੇ ਮਾਰ ਦਿੱਤੀ। ਪੇਕੇ ਪਰਿਵਾਰ ਵੀ ਇਹ ਗੱਲਾਂ ਕਹਿੰਦਾ ਸੀ? ਜਦੋਂ ਉੱਥੇ ਕੁਛ ਹੁੰਦਾ ਹੀ ਨਹੀਂ ਸੀ, ਸ਼ਰਾਬ ਪੀ ਕੇ ਤੇ ਇੰਨਾ ਕੁੱਟਦਾ ਹੁੰਦਾ ਸੀ, ਉੱਥੇ ਕੋਈ ਡਰਦਾ ਵੜਦਾ ਨਹੀਂ ਸੀ ਹੁੰਦਾ। ਮੈਂ ਤਾਂ ਇੱਥੇ ਜੋ ਕੁਛ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ, ਕਿਉਂਕਿ ਸਾਡੀਆਂ ਨਾ ਭਰਜਾਈਆਂ ਮਾੜੇ ਘਰਾਂ 'ਚੋਂ ਆਈਆਂ ਸੀ। ਅਸੀਂ ਨਹੀਂ ਕਹਿੰਦੇ ਮਾੜੇ ਤਗੜੇ, ਪਰ ਚਲੋ ਉਹ ਗਰੀਬ ਘਰਾਂ ਦੀਆਂ ਸੀ, ਹੈ ਨਾ। ਸਾਡਾ ਘਰ ਚਲੋ ਰੋਟੀ ਖਾਂਦੇ ਸੀ ਅਸੀਂ, ਪਰ ਸਾਡੀ ਮਾਂ ਨੇ ਉਹਨਾਂ ਨੂੰ ਫੁੱਲਾਂ ਵਾਂਗੂ ਰੱਖਿਆ ਸੀ। ਸਾਨੂੰ ਇਹ ਨਹੀਂ ਸੀ ਪਤਾ ਕਿ ਸਾਡੀਆਂ ਭਰਜਾਈਆਂ ਮੇਰੇ ਨਾਲ ਬਹੁਤ ਪਿਆਰ ਕਰਦੀਆਂ ਸੀ। ਪਹਿਲਾਂ ਜਦੋਂ ਮੈਂ ਛੋਟੀ ਸੀ, ਵਿਆਹੀ ਨਹੀਂ ਸੀ, ਬਹੁਤ ਕਰਦੀਆਂ ਸੀ। ਜਦੋਂ ਮੈਂ ਵਿਆਹੀ ਗਈ, ਉਹਨਾਂ ਨੇ ਇੱਦਾਂ ਕੀਤਾ ਕਿ ਜਿੱਦਾਂ ਮੰਨ ਲਓ ਕਿ ਕੱਪੜੇ 'ਚ ਧੋ ਕੇ ਮੈਲ ਕੱਢਦੀ ਦੀ ਹੈ ਨਾ, ਉਹਨਾਂ ਨੇ ਮੈਨੂੰ ਇੱਦਾਂ ਉੱਥੋਂ ਕੱਢ ਦਿੱਤਾ ਸੀ। ਕੁੜੀਆਂ ਨੂੰ ਇਹੀ ਚੀਜ਼ ਸਮਝੀ ਜਾਂਦੀ ਆ? ਮੇਰੀ ਸੋਚ 'ਚ ਤਾਂ ਇਹੀ ਆ। ਆਪਾਂ
ਪੇਕਿਆਂ ਨੂੰ ਕਹਿੰਦੇ ਆ ਵੀ ਪੇਕੇ ਸਾਡੇ ਮਤਲਬ ਇੱਕ ਧੀ ਦਾ ਸਹਾਰਾ ਹੁੰਦੇ ਨੇ, ਭਰਾ ਸਹਾਰਾ ਹੁੰਦੇ ਨੇ। ਭਰਾ ਆਪਾਂ ਰੱਖੜੀ ਬੰਨ੍ਹਦੇ ਆ ਭਰਾਵਾਂ ਨੂੰ, ਉਹ ਰਾਖਾ ਕਰਦੇ ਨੇ ਆਪਣਾ। ਨਹੀਂ, ਇਹ ਸਿਰਫ ਕਹਿਣ ਦੀਆਂ ਗੱਲਾਂ ਆ। ਮੈਂ ਕਹਿੰਦੀ ਜਿਨ੍ਹਾਂ ਦੇ ਭਰਾ ਨਹੀਂ ਉਹ ਚੰਗੀਆਂ ਆ, ਕਮ ਸੇ ਕਮ ਉਹਨਾਂ ਨੂੰ ਉਹਨਾਂ ਦਾ ਹੱਕ ਤੇ ਮਿਲਦਾ ਆ। ਤੁਸੀਂ ਇਮੋਸ਼ਨਲ ਨਾ ਹੋਵੋ। ਕਹਿ ਸਕਦੇ ਕਿ ਸਾਡਾ ਇੱਥੇ ਕੋਈ ਨਹੀਂ ਹੈਗਾ, ਹੈਨਾ। ਅੱਜ ਮੈਂ ਉਹਨਾਂ ਦੇ ਹੁੰਦਿਆਂ ਵੀ ਮੈਂ ਕੁਛ ਨਹੀਂ ਹੈਗੀ, ਇੱਕ ਸਿਰਫ ਜ਼ਮੀਨ ਦੀ ਖਾਤਰ। ਚਲੋ ਇੱਕ ਆਪਾਂ ਕਹਿੰਦੇ ਵੀ ਜਿਹੜਾ ਰੱਬ ਹੁੰਦਾ ਉਹਦੀ ਜਿਹੜੀ ਚਪੇੜ ਹੁੰਦੀ ਉਹ ਸਾਇਲੈਂਟ ਹੁੰਦੀ, ਉਹਦੀ ਕੋਈ ਆਵਾਜ਼ ਨਹੀਂ ਆਉਂਦੀ। ਹੁਣ ਆਪਾਂ ਅਕਸਰ ਕਹਿੰਦੇ ਵੀ ਜਿਹੜੀਆਂ ਸਾਡੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਉਹ ਘਰ ਦੇ ਹੀ ਹੁੰਦੇ ਨੇ, ਮਤਲਬ ਥੱਲੇ ਲਾਉਣ ਵਾਲੇ, ਇੱਕ ਤੀਵੀਂ ਵਾਲੇ ਘਰ ਦੇ ਹੀ ਲਾਂਦੇ ਆ। ਤੁਹਾਡੇ ਨਾਲ ਇਦਾਂ ਦਾ ਵਾਕਾ ਬਣ ਵਾਲੇ ਘਰ ਦੇ ਹੀ ਹੁੰਦੇ ਆ। ਪਹਿਲਾਂ ਮੇਰੇ ਪਿਓ ਦੀ ਗਲਤੀ, ਮੈਂ ਤੇ ਉਹਨਾਂ ਦੀ ਮੰਨਾਂਗੀ। ਜਦੋਂ ਉਹਨਾਂ ਨੇ ਵਸੀਅਤ ਕੀਤੀ ਸੀ ਉਹਨਾਂ ਨੂੰ ਸਾਰਿਆਂ ਦੀ ਚਾਹੀਦੀ ਸੀ ਕਰਨੀ। ਫਿਰ ਉਸ ਤੋਂ ਬਾਅਦ ਮੇਰੀ ਮਾਂ ਨੇ ਜਿਹੜੀ ਵਸੀਅਤ ਕੀਤੀ, ਮੇਰੇ ਭਰਾ ਪਹਿਲਾਂ ਚੰਗੇ ਰਹੇ ਉਹਦੇ ਨਾਲ, ਉਹਨਾਂ ਨੇ ਆਪਣੇ ਨਾਂ ਉਹਦੀ ਜ਼ਮੀਨ ਜਿਹੜੀ 5 ਕਿੱਲੇ ਸੀ ਉਹ ਵੀ ਆਪਣੇ ਨਾਂ ਕਰਾ ਲਈ। ਤੇ ਮਾਂ ਨੂੰ ਘਰੋਂ ਕੱਢਤਾ? ਮਾਂ ਨੂੰ ਘਰੋਂ ਨਹੀਂ ਕੱਢਿਆ। ਮੇਰੀ ਮਾਂ ਨੇ, ਮੇਰਾ ਮੁੰਡਾ ਦੁੱਧ ਉਪਰਾ ਪੀਂਦਾ ਹੁੰਦਾ ਸੀ, ਮੇਰੀ ਮਾਂ ਨੇ ਮੈਨੂੰ ਫਰਿੱਜ ਲੈ ਕੇ ਦਿੱਤੀ। ਮੇਰੇ ਭਰਾਵਾਂ ਨੂੰ ਪਤਾ ਲੱਗ ਗਿਆ, ਭਰਾ ਮੇਰਾ ਜਿਹੜਾ ਇੱਥੇ ਸੀ ਇੱਕ ਇੰਗਲੈਂਡ 'ਚ ਸੀ। ਮੇਰੇ ਭਰਾ ਨੂੰ ਜਦੋਂ ਪਤਾ ਲੱਗਾ, ਉਹਨੇ ਸ਼ਾਮਾਂ ਨੂੰ ਗਈ ਮਾਂ ਮੇਰੀ ਘਰ, ਕਹਿੰਦੇ ਹਾਂ ਤੂੰ ਆਏ ਕਿੱਥੋਂ ਆਈ ਆ? ਕਹਿੰਦੀ ਮੈਂ ਤਾਂ ਰਾਣੀ ਕੋ ਗਈ ਸੀ। ਕੀ ਕਰਨ ਗਈ ਸੀ? ਕਹਿੰਦੀ ਉਹਨੂੰ ਫਰਿੱਜ ਲੈ ਕੇ ਦਿੱਤੀ ਆ ਤੇ ਘਰ ਵਾਲੇ ਨੇ ਫਰਿੱਜ ਤੋੜ ਦਿੱਤੀ। ਮੇਰੇ ਭਰਾ ਨੇ ਗਰਮੀ ਦੇ ਦਿਨ ਉਹਨੂੰ ਪਾਣੀ ਤੱਕ ਨਹੀਂ ਪੁੱਛਿਆ, ਉਹਦੇ ਮੂੰਹ ਤੇ ਚਪੇੜ ਕੱਢ ਮਾਰੀ। ਮਾਂ ਦੇ ਚਪੇੜ ਕੱਢ ਮਾਰੀ। ਕਹਿੰਦਾ ਉਹਨੂੰ ਵਿਆਹ ਤਾਂ ਆਇਆ, ਸਾਰਾ ਕੁਝ ਉਹਦਾ ਉੱਥੇ ਆ, ਅਸੀਂ ਆਪਣੇ ਸਹੁਰਿਆਂ ਕੋਲ ਨਹੀਂ ਲੈਂਦੇ, ਉਹਨੂੰ ਕੀ ਇੱਥੇ ਹੱਕ ਆ ਲੈਣ ਦਾ। ਕਦੇ ਉਸ ਤੋਂ ਬਾਅਦ ਤੁਹਾਡੇ ਭਰਾਵਾਂ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਨਾਲ ਕੰਟੈਕਟ ਕਰਨ ਦੀ? ਉਹਨਾਂ ਨੇ ਕੀ ਕਰਨਾ ਸੀ? ਉਹਨਾਂ ਨੇ ਤੇ ਜਦੋਂ ਇਹਨੂੰ ਘਰ ਵਾਲੇ ਨੂੰ ਅਧਰੰਗ ਹੋਇਆ, ਦੇਖੋ ਉਹਨਾਂ ਨੇ ਮੈਨੂੰ ਸ਼ਰਾਬੀ ਲੱਭ ਕੇ ਦਿੱਤਾ ਸੀ, ਮੈਂ ਤਾਂ ਨਹੀਂ ਲੱਭਿਆ। ਮੈਂ ਕੋਈ ਲਵ ਮੈਰਿਜ ਨਹੀਂ ਕਰਾਈ, ਮੈਂ ਤਾਂ ਉਹਦੀ ਸ਼ਕਲ ਵੀ ਨਹੀਂ ਦੇਖੀ। ਵਿਆਹ ਤੋਂ ਦੂਜੇ ਦਿਨ ਉਹਦੀ ਮੈਂ ਸ਼ਕਲ ਦੇਖੀ ਸੀ, ਮੈਂ ਤੇ ਉਹਨੂੰ ਦੇਖਿਆ ਤੱਕ ਵੀ ਨਹੀਂ ਸੀ। ਫਿਰ ਇਹਨਾਂ ਨੇ ਜਦੋਂ ਉਹਨੂੰ ਅਧਰੰਗ ਹੋਇਆ, ਮੈਂ ਇਹਨਾਂ ਕੋਲ ਪੈਸੇ ਮੰਗੇ। ਰਾਤ ਨੂੰ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਵੀ ਇਹਨੂੰ ਅਧਰੰਗ ਹੋ ਗਿਆ, ਕਿ ਮੈਨੂੰ 5000 ਰੁਪਈਆ ਦੇ ਦਿਓ। ਕੋਈ ਵੱਡੀ ਚੀਜ਼ ਨਹੀਂ ਸੀ ਉਹਨਾਂ ਵਾਸਤੇ 5000 ਰੁਪਈਆ, ਇੰਨੀ ਜ਼ਮੀਨ ਜਿਆਦਾ ਦੇ ਮਾਲਕ ਆ। ਜੱਟਾਂ ਜ਼ਿਮੀਂਦਾਰਾਂ ਵਾਸਤੇ 5000 ਕੋਈ ਮਹਿਣਾ ਨਹੀਂ ਖਵਾਉਂਦਾ, ਹੈ ਨਾ। ਜੇ ਆਪਣੀ ਧੀ ਭੈਣ ਆਪਾਂ ਵਸਾਣੀ ਹੋਵੇ ਤੇ ਮੇਰੇ ਭਰਾ ਨੇ ਕਿਹਾ ਸੀ ਤੇ ਤੇਰੀਆਂ ਕਿਸ਼ਤਾਂ ਨਹੀਂ ਅਸੀਂ ਦੇਣੀਆਂ। ਉਹਨੇ ਅੱਗੋਂ ਮੈਨੂੰ ਕਿਸ਼ਤਾਂ ਸੁਣਾਈਆਂ ਸੀ ਕਿ ਅਸੀਂ ਜਨਾਨੀਆਂ ਦੇ ਪੇਕ, ਅਸੀਂ ਆਪਣੇ ਸਹੁਰਿਆਂ ਦੇ ਕੋਲ ਲੈ ਕੇ ਨਹੀਂ ਆਉਂਦੇ। ਕਹਿੰਦਾ ਕੁਛ ਵੀ ਤੁਹਾਡੇ ਘਰ ਜ਼ਮੀਨਾਂ ਜਾਂਦਾ ਤਾਂ ਤੁਸੀਂ ਜਨਾਨੀਆਂ ਫੁੱਲਾਂ ਵਾਂਗੂ ਰੱਖੀਆਂ, ਤੁਸੀਂ ਕਿਉਂ ਮੰਗੋਗੇ ਸਹੁਰਿਆਂ ਤੋਂ? ਆਪਣੀ ਸੁਸਾਇਟੀ ਦੇ ਵਿੱਚ ਇੱਕ ਸਮਝ ਜਾਂਦਾ ਵੀ ਕੁੜੀ ਨੇ ਤਾਂ ਵਿਆਹ ਕਰਕੇ ਅਗਲੇ ਘਰ ਚਲੇ ਜਾਣਾ, ਵੀ ਇਹਨੂੰ ਪੜਾਉਣ ਲਿਖਾਉਣ ਦੀ ਲੋੜ ਨਹੀਂ ਹੈਗੀ। ਬਰਾਬਰ ਹੱਕ ਮੁੰਡਿਆਂ ਦੇ ਨਾਲ ਕੁੜੀਆਂ ਨੂੰ ਨਹੀਂ ਦਿੱਤਾ ਜਾਂਦਾ। ਮੈਨੂੰ ਨਹੀਂ ਮਿਲਿਆ। ਮੈਂ ਅੱਗੇ ਵੀ ਸਾਰਿਆਂ ਨੂੰ ਇਹ ਗੱਲ ਕਹਿੰਦੀ ਆ ਕਿ ਧੀਆਂ ਨੂੰ ਹੱਕ ਦੇਣਾ ਚਾਹੀਦਾ, ਚਾਹੇ ਥੋੜਾ ਆ ਚਾਹੇ ਬਾਲਾ, ਉਹਨੂੰ ਦਿਓ। ਮੈਂ ਉਸ ਘਰ ਦੇ ਵਿੱਚ, ਮੈਂ ਆਪਣੇ ਪੇਕਿਆਂ ਦੇ ਘਰ ਵੀ ਕੀਤਾ ਆ, ਚਲੋ ਉੱਥੇ ਮੈਂ ਲਾਡਾ ਨਾਲ ਕੀਤਾ ਆ, ਉੱਥੇ ਮੈਂ ਮਜਬੂਰੀ ਨਾਲ ਨਹੀਂ ਕੀਤਾ, ਪਰ ਮੈਂ ਸਹੁਰਿਆਂ ਦੇ ਘਰ ਮੈਂ ਸਾਰਾ ਜਿੰਨਾ ਜ਼ਿਮੀਂਦਾਰ ਇਹਦਾ ਮੈਂ ਸਾਰਾ ਕੀਤਾ ਆ। ਮਾਲ ਡੰਗਰ ਵੀ ਸੰਭਾਲਿਆ, ਕਣਕਾਂ ਵੀ ਵਢਾਈਆਂ ਆ, ਝੋਨੇ ਵੀ ਵਢਾਏ, ਮੈਂ ਸਾਰਾ ਕੁਝ ਕੀਤਾ ਆ। ਇੱਧਰੋਂ ਮੈਂ ਕਣਕ ਦੀ ਟਰਾਲੀ ਭਰ ਕੇ ਲਿਆਉਂਦੀ ਸੀ, ਇੱਧਰੋਂ ਮੇਰਾ ਘਰ ਵਾਲਾ ਮੈਨੂੰ ਡਾਂਗਾਂ ਨਾਲ ਕੁੱਟ ਦਿੰਦਾ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਆਪਣੇ ਆੜਤੀਏ ਤੇ ਲੈ ਕੇ ਜਾਣੀ, ਜਿੱਥੇ ਉਹਦੇ ਜੀਜੇ ਦਾ ਆੜਤੀਆ ਸੀ, ਕਿ ਮੈਂ ਆਪਣੇ ਪੈਸੇ ਸ਼ਰਾਬ ਤੇ ਉਡਾਉਣੇ, ਪੈਸੇ ਸ਼ਰਾਬ ਤੇ ਉਡਾਉਣੇ ਆ। ਹੁਣ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ? ਹੁਣ ਤਾਂ ਮੈਂ ਤੇ ਮੇਰਾ ਬੇਟਾ ਹੀ ਆ। ਬੇਟਾ ਕੀ ਕੰਮ ਕਰਦਾ? ਬੇਟਾ ਮੇਰਾ ਬਾਹਰ ਦੁਬਈ ਆ, ਜਿੱਥੇ ਮੈਂ ਜੌਬ ਕਰਨੀ ਆ। ਡਾਕਟਰ ਸਾਹਿਬ ਨੇ ਭੇਜਿਆ ਸੀ ਉਹਨੂੰ ਦੁਬਈ। 19 ਸਾਲ ਦਾ ਸੀ ਜਦੋਂ ਮੈਨੂੰ ਭੇਜਤਾ ਸੀ। ਤੁਸੀਂ ਦੱਸਿਆ ਵੀ ਤੁਸੀਂ ਐਂਬੂਲੈਂਸ ਚਲਾਉਂਦੇ ਹੋ, ਆਪਣੇ ਇੱਕ ਲੋਕ ਚਾਲ ਬਣੀ ਹੋਈ ਹੈ ਵੀ ਔਰਤਾਂ ਕੁਛ ਨਹੀਂ ਕਰ ਸਕਦੀਆਂ। ਤੁਸੀਂ ਐਂਬੂਲੈਂਸ ਚਲਾਉਂਦੇ ਹੋ, ਕਦੇ ਲੋਕਾਂ ਦੇ ਵਿਊ ਨਹੀਂ ਦੇਖੇ ਵੀ ਲੋਕ ਕੀ ਮਤਲਬ ਵੀ ਲੋਕ ਕਹਿੰਦੇ ਨੇ ਹਾਂ ਵੀ ਉਹ ਔਰਤ ਹੈ ਐਂਬੂਲੈਂਸ ਖਿੱਚੀ ਫਿਰ ਰਹੀ ਹੈ? ਨਹੀਂ, ਲੋਕ ਮੈਨੂੰ ਬਹੁਤ ਇੱਜ਼ਤ ਦਿੰਦੇ ਆ। ਲੋਕਾਂ ਨੇ ਮੈਨੂੰ ਬਹੁਤ ਇੱਜ਼ਤ ਦਿੱਤੀ ਆ, ਬਹੁਤ ਜ਼ਿਆਦਾ ਮਾਣ ਸਨਮਾਨ ਮੈਨੂੰ ਦੇਸਾਂ ਵਿਦੇਸਾਂ 'ਚ ਵੀ ਮਿਲਿਆ, ਆਪਣੇ ਪੰਜਾਬ 'ਚ ਵੀ ਬਹੁਤ ਮਿਲਿਆ ਆ। ਤੁਹਾਡੇ ਪ੍ਰੈਸ ਦੇ ਮੀਡੀਆ ਦੇ ਰਾਹੀਂ ਮੈਨੂੰ ਬਹੁਤ ਮਿਲਿਆ ਸਮਾਜ, ਪਰ ਮੇਰੇ ਆਪਣੀਆਂ ਫੈਮਲੀਆਂ 'ਚੋਂ ਨਹੀਂ ਸੀ ਮੈਨੂੰ ਮਿਲਿਆ। ਦੂਜੀ, ਮੈਂ ਹੁਣ ਆਪਣਾ ਜਿੱਦਾਂ ਬੇਟਾ ਵਿਆਹਣਾ ਆ, ਉੱਥੇ ਕੀ ਗੱਲ ਆਂਡੀ ਆ ਕਿ ਮੁੰਡੇ ਦੀ ਮਾਂ ਗੱਡੀ ਚਲਾਉਂਦੀ ਆ। ਤੁਸੀਂ ਇਹ ਦੇਖੋ ਵਿਦੇਸ਼ ਤੇ ਆਪਣੇ ਪੰਜਾਬ, ਆਪਣੇ ਇੰਡੀਆ ਦੇ ਹਾਲ ਫਰਕ ਆ ਨਾ। ਵਿਦੇਸ਼ਾਂ ਦੇ ਵਿੱਚ ਸਾਡੀਆਂ ਕੁੜਤੀਆਂ ਭੈਣਾਂ ਗੱਡੀਆਂ ਚਲਾਉਂਦੀਆਂ ਆ, ਉਹਨਾਂ ਨੂੰ ਮਾਣ ਹੁੰਦਾ ਸਮਝਿਆ ਜਾਂਦਾ ਆ ਵੀ ਸਾਡੀ ਧੀ ਉੱਥੇ ਫੋਰਨ ਦੇ ਵਿੱਚ ਗੱਡੀ ਚਲਾਉਂਦੀ ਆ। ਇੱਥੇ ਮੈਂ ਚਲਾਨੀ ਆ, ਇੱਥੇ ਲੋਕੀ ਪਤਾ ਕੀ ਕਹਿੰਦੇ ਆ? ਜੇ ਕਿਤੇ ਰਿਸ਼ਤਾ ਕਰਨ ਜਾਓ ਇੱਕੋ ਗੱਲ ਕਹਿੰਦੇ ਆ, ਮੁੰਡੇ ਦੀ ਮਾਂ ਤੇ ਗੱਡੀ ਚਲਾਨੀ। ਪਰ ਮੈਂ ਰਿਸ਼ਤਾ ਕਰਨ ਤੋਂ ਪਹਿਲਾਂ ਮੇਰੀ ਗੱਲ ਹੁੰਦੀ ਆ ਕਿ ਪਹਿਲਾਂ ਗੱਲ ਦੱਸ ਦਿਓ, ਕਿਉਂਕਿ ਮੈਨੂੰ ਦੁਨੀਆ ਸਾਰੀ ਜਾਣਦੀ ਆ ਵੀ ਪਹਿਲਾਂ ਦੇ ਵਿੱਚ ਉਸ ਕਰਕੇ ਕੋਈ ਪ੍ਰੋਬਲਮ ਨਾ ਕਹਿਣ ਵੀ ਇਹ ਗੱਡੀ ਚਲਾਉਂਦੀ ਸੀ ਇਹ ਮੁੰਡੇ ਦੀ ਮਾਂ। ਮੈਂ ਇੱਕੋ ਗੱਲ ਕਹਿੰਦੀ ਆ ਕਿ ਮੈਂ ਪਹਿਲਾਂ ਭਾਈ ਮੈਂ ਗੱਡੀ ਚਲਾਉਂਦੀ, ਜੇ ਕੱਲ੍ਹ ਨੂੰ ਨਾ ਕਿਉਂਕਿ ਅਸੀਂ ਇੱਥੇ ਧੀ ਨਹੀਂ ਦੇਣੀ। ਅਗਲੇ ਪਹਿਲਾਂ ਹੀ ਕਹਿ ਦਿੰਦੇ ਨੇ ਨਹੀਂ, ਇਹ ਗੱਲ ਨਹੀਂ ਸਾਨੂੰ ਨਮੋਸ਼ੀ ਜੀ ਵਾਲੀ ਗੱਲ ਲੱਗਦੀ ਆ ਕਿ ਜਨਾਨੀ ਗੱਡੀ ਚਲਾਉਂਦੀ ਹੈ। ਪਿੱਛੇ ਜੇ ਕਰੋਨਾ ਦਾ ਜਿਹੜਾ ਮਹਾਕਾਲ ਸੀ ਕਾਫੀ ਸਿਖਰਾਂ ਤੇ ਸੀਗਾ ਤੇ ਤੁਸੀਂ ਐਂਬੂਲੈਂਸ ਚਲਾਉਂਦੇ ਸੀ, ਉਸ ਦੌਰਾਨ ਕੁਝ ਡੈੱਡ ਬੋਡੀਜ਼ ਵੀ ਸੀ, ਕੁਝ ਮਰੀਜ਼ ਵੀ ਸੀ, ਉਹਨਾਂ ਨੂੰ ਤੁਸੀਂ ਆਪ ਚੱਕਦੇ ਸੀ? ਹਾਂਜੀ, ਆਪ ਲੈ ਕੇ ਆਈਦਾ ਸੀ। ਡੈੱਡ ਬੋਡੀਆਂ ਵੀ ਆਪ ਸ਼ਿਫਟ ਕਰੀਦੀਆਂ ਸੀ, ਪੂਰੀ ਸੇਫਟੀ ਦੇ ਨਾਲ ਅਸੀਂ ਲੈ ਕੇ ਜਾਈਦਾ ਸੀ। ਮਤਲਬ ਕਿ ਡੈੱਡ ਬੋਡੀਆਂ ਨੂੰ ਵੀ ਪੇਸ਼ੈਂਟ ਨੂੰ ਵੀ ਲੈ ਕੇ ਆਉਣਾ, ਪੂਰੀ ਕਿੱਟ ਪਾ ਕੇ ਜਾਂਦੇ ਰਹੇ ਆਉਂਦੇ ਰਹੇ ਆ।
ਮਤਲਬ ਕਿ ਅਸੀਂ ਇਹ ਸੋਚਦੇ ਆ ਵੀ ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਆ ਜਾਣੀ ਆ, ਉਹਨਾਂ ਨੂੰ ਕਿੰਨੀ ਪ੍ਰੋਬਲਮ ਹੈ, ਉਹਨਾਂ ਨੂੰ ਡਾਕਟਰ ਦੀ ਲੋੜ ਆ। ਤੁਸੀਂ ਐਂਬੂਲੈਂਸ ਵੱਲ ਤਾਂ ਮੈਮ ਕਦੋਂ ਸੋਚਿਆ ਵੀ ਹਾਂ ਮੈਂ ਚਲਾਉਣੀ ਉਹ ਐਂਬੂਲੈਂਸ ਆ? ਹੋਰ ਵੀ ਬਹੁਤ ਕਿੱਤੇ ਨੇ ਜਿਹੜੀਆਂ ਲੇਡੀਜ਼ ਕਰ ਸਕਦੀਆਂ ਨੇ, ਤੁਸੀਂ ਐਂਬੂਲੈਂਸ ਹੀ ਕਿਉਂ ਚੁਣਿਆ? ਕਿਉਂਕਿ ਮੈਂ ਇੱਕ ਤੇ ਪੜ੍ਹੀ ਲਿਖੀ ਨਹੀਂ ਸੀ ਹੈਗੀ, ਦੂਜਾ ਮੈਨੂੰ ਕੋਈ ਸਹਾਰਾ ਦੇਣ ਵਾਲਾ ਹੈ ਨਹੀਂ ਸੀ, ਸਹਾਰਾ ਮੈਂ ਲੈਣਾ ਵੀ ਨਹੀਂ ਚਾਹੁੰਦੀ, ਕਿ ਮੈਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ ਇਹ ਬੰਦਾ ਕਿ ਕਿਹੜਾ ਕੰਮ ਮੈਂ ਕਰਾਂ। ਜਾਂ ਤਾਂ ਮੈਂ ਭਾਂਡੇ ਮਾਂਜਦੀ, ਝਾੜੂ ਪੋਚੇ ਲੋਕਾਂ ਦੇ ਕਰਦੀ, ਤੇ ਮੈਂ ਇਹ ਕਰ ਨਹੀਂ ਸੀ ਸਕਦੀ। ਕਰਨ ਨੂੰ ਮੈਂ ਕੀਤੇ ਵੀ ਆ ਇੱਥੇ। ਮੈਂ ਜਦੋਂ ਜਲੰਧਰੋਂ ਮੈਂ ਆਪਣਾ ਉੱਥੋਂ ਥਾਂ ਵੇਚ ਕੇ ਜਦੋਂ ਆਈ ਆ, ਉੱਥੋਂ ਮੈਂ ਇੱਥੇ ਆਣ ਕੇ ਮੈਂ ਲੋਕਾਂ ਦੇ ਘਰ ਝਾੜੂ ਪੋਚੇ ਵੀ ਕੀਤੇ ਆ। ਪਰ ਮੈਨੂੰ ਜਿਹੜਾ ਮੂੰਹ ਬੋਲਿਆ ਭਰਾ ਸੀ, ਜਿਹੜੇ ਮੇਰੀ ਮਾਂ ਨੂੰ ਜਿਹਨੇ ਸਾਂਭਿਆ ਸੀ, ਮੇਰੇ ਆਪਣੇ ਭਰਾਵਾਂ ਨੇ ਸੀ ਸਾਂਭਿਆ, ਉਹ ਐਂਬੂਲੈਂਸ ਤੇ ਮੇਰੀ ਮਾਂ ਨੂੰ ਲੈ ਕੇ ਆਉਂਦਾ ਹੁੰਦਾ ਸੀ। ਉੱਥੋਂ ਮੈਂ ਜਲੰਧਰ, ਉੱਥੋਂ ਕਪੂਰਥਲੇ ਤੋਂ ਮੈਂ ਇੱਥੇ ਜਲੰਧਰ ਜਦੋਂ ਆਈ ਆ, ਮੈਂ ਉਹੀ ਚੀਜ਼ ਨੂੰ ਸੋਚਿਆ। ਮੇਰੇ ਭਰਾ ਨੇ ਇਹ ਗੱਲ ਕਹੀ ਕਿ ਤੂੰ ਐਂਬੂਲੈਂਸ ਚਲਾ ਲੂੰਗੀ। ਝਾੜੂ ਪੋਚੇ ਕਰਕੇ ਸਾਡੇ ਜੱਟੇ ਜ਼ਿਮੀਂਦਾਰਾਂ ਦੇ ਬੱਚੇ ਜਿਹੜੇ ਨਹੀਂ ਪਲਦੇ, ਕਿਉਂਕਿ ਸਾਨੂੰ ਵੀ ਸ਼ੌਂਕ ਹੁੰਦਾ ਕਿ ਜੇ ਸਾਡੇ ਬੱਚਿਆਂ ਦੇ ਚਾਚੇ ਤਾਇਆਂ ਦੇ ਮੁੰਡੇ ਵੱਡਿਆਂ ਦੇਸ਼ਾਂ 'ਚ ਗਏ ਆ, ਨੌਕਰੀਆਂ ਨੇ, ਜ਼ਮੀਨਾਂ ਜਾਂਦਾ, ਤਾਂ ਮੇਰਾ ਬੱਚਿਆਂ ਨੂੰ ਵੀ ਮੇਰੇ ਮਨ 'ਚ ਇਹ ਸੀ ਮੇਰਾ ਮੁੰਡਾ ਕੀ ਕਰੂਗਾ। ਜਦ ਬੱਚਾ ਉਸ ਏਜ ਦੇ ਵਿੱਚ ਹੁੰਦਾ, ਉਹ ਚੀਜ਼ਾਂ ਉਹਨੂੰ ਅਫੈਕਟ ਕਰਨ ਲੱਗ ਜਾਂਦੀਆਂ ਨੇ, ਸੋਚ ਕੇ ਅੰਦਰੋਂ ਅੰਦਰੀ ਝੁਰਦਾ ਰਹਿੰਦਾ ਆ। ਮੈਂ ਇਹੀ ਸੋਚਿਆ ਸੀ ਕਿ ਮੈਂ ਨਾ, ਜੇ ਮੇਰੀਆਂ 2 ਬੇਟੀਆਂ ਚਲੇ ਗਈਆਂ ਨਾ, ਮੈਂ ਇਹਨੂੰ ਪਾਲਣਾ ਆ, ਜਿੱਦਾਂ ਮਰਜ਼ੀ ਪਾਲਾਂ। ਮੈਂ ਇੱਥੇ ਦੱਸਣਾ ਚਾਹੁੰਦੀ, ਮੈਂ ਉਦੋਂ ਫਿਲਮ ਦੇਖੀ ਸੀ ਬਦਲਾ ਜੱਟੀ ਦਾ, ਉਹਨੇ ਆਪਣਾ ਬੱਚਾ ਬਹੁਤ ਔਖਾ ਪਾਲਿਆ ਸੀ, ਸ਼ਾਇਦ ਪਤਾ ਹੀ ਹੈ ਸਾਰੇ ਸਮਾਜ ਨੂੰ। ਮੈਂ ਉਹ ਚੀਜ਼ ਦੇਖੀ, ਮੈਂ ਕਿਹਾ ਮੈਂ ਇਹਨੂੰ ਪਾਲਣਾ ਆ, ਚਾਹੇ ਮੈਨੂੰ ਧੁੱਪ 'ਚ ਪਾਏ ਚਾਹੇ ਛਾਂ 'ਚ, ਇਹਨੂੰ ਮੈਂ ਪਾਲਣਾ ਆ, ਜਿੱਦਾਂ ਮਰਜ਼ੀ ਪਾਲ ਕੇ ਮੈਂ ਇਹਨੂੰ ਦਿਖਾਉਣਾ ਆ ਦੁਨੀਆ ਨੂੰ ਕਿ ਬੱਚੇ ਜਨਾਨੀਆਂ ਪਾਲ ਸਕਦੀਆਂ, ਕਿਉਂ ਨਹੀਂ ਪਾਲ ਸਕਦੀਆਂ। ਕਦੇ ਹਸਬੈਂਡ ਨੇ ਬੱਚੇ ਨੂੰ, ਬੇਬੀ ਬॉय ਨੂੰ ਤੁਹਾਡੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ? ਬਹੁਤ ਕੁਛ, ਇੱਕ ਵਾਰੀ ਨਹੀਂ, ਉਹਨੇ ਬਹੁਤ ਕੁਛ ਕੀਤਾ। ਜਦੋਂ ਮੇਰੀ ਸੱਸ ਨੂੰ ਕੈਂਸਰ ਹੋਇਆ ਸੀ, ਉਹਨਾਂ ਦੀ ਮੈਂ ਲੱਤ ਕੱਟੀ ਸੀ, ਇੱਥੇ ਗੁਰੂ ਨਾਨਕ ਮਿਸ਼ਨ ਦੇ ਵਿੱਚ ਆਈ ਸੀ, ਆਪਰੇਸ਼ਨ ਹੋਇਆ ਸੀ। ਬੇਟਾ ਮੇਰਾ 1.5-2 ਸਾਲ ਦਾ ਸੀ, ਉਹਨੇ ਇੱਕ ਆਪਣੇ ਪਿਓ ਕੋਲ ਕੁਲਫੀ ਮੰਗੀ ਸੀ। ਉਹਨਾਂ ਸਮਿਆਂ 'ਚ 54 ਦੀ 25 ਪੈਸੇ ਦੀ ਕੁਲਫੀ ਆਉਂਦੀ ਸੀ, ਤੇ ਮੇਰੇ ਘਰ ਵਾਲੇ ਨੇ ਕੱਟੇ ਦੀ ਸੰਗਲੀ ਲਾ ਕੇ ਉਹਨੂੰ ਇੰਨਾ ਕੁ ਕੁੱਟਿਆ ਸੀ ਨਾ, ਬੱਚੇ ਨੂੰ ਕੁੱਟਿਆ ਕਿ ਇੱਕ ਕੀ ਕੁਲਫੀ ਕੀ ਚੀਜ਼ ਹੁੰਦੀ ਆ। ਉਦੋਂ ਮੈਮ ਤੁਸੀਂ ਕਿਸੇ ਪੁਲਿਸ ਦੇ ਵਿੱਚ ਮਤਲਬ? ਮੈਂ ਗਈ, ਮੇਰੇ ਉੱਥੋਂ ਸਹੁਰਿਆਂ ਦਾ ਕੀ ਸਵਾਲ ਸੀ, ਖਸਮਾਂ ਕੋ ਜਾ ਕੇ ਆਈ ਆ, ਲੈ ਆਈ ਖਸਮਾਂ ਨੂੰ ਨਾਲ। ਮੈਂ ਉਸ ਤੋਂ ਬਾਅਦ ਪੁਲਿਸ ਦੇ ਵੀ ਨਹੀਂ ਗਈ, ਮੈਂ ਉੱਥੇ ਹੀ ਕੁੱਟ ਖਾਧੀ ਆ, ਉੱਥੇ ਹੀ ਰਹੀ ਆ, ਪਰ ਮੈਂ ਕਿਤੇ ਵੀ ਨਹੀਂ ਗਈ। ਮੈਨੂੰ ਕਈ ਵਾਰੀ ਇਹ ਸਵਾਲ ਪੁੱਛਿਆ ਗਈਆਂ ਨੇ, ਤਾਂ ਪੁਲਿਸ ਦੇ ਕਿੰਨੀ ਕੰਪਲੇਂਟ ਕੀਤੀ, ਤੂੰ ਕਿਉਂ ਨਹੀਂ ਗਈ? ਫਿਰ ਮੈਂ ਉੱਥੇ ਵੀ ਖਸਮ ਯਾਰ ਬਣਾਉਂਦੀ। ਕੋਈ ਵੀ ਔਰਤ ਅੱਗੇ ਆਉਂਦੀ ਆ, ਆਪਣੇ ਹੱਕਾਂ ਲਈ ਜਦ ਬੋਲਣ ਲੱਗ ਜਾਂਦੀ ਹੈ, ਉਸ ਨੂੰ ਜਿਹੜਾ ਆਪਣਾ ਸਮਾਜ ਹੈ ਗਲਤ ਦਰਜੇ ਦੇ ਨਾਲ, ਗਲਤ ਅੱਖਾਂ ਦੇ ਨਾਲ ਦੇਖਣ ਲੱਗ ਜਾਂਦਾ ਆ, ਤੇ ਤੁਸੀਂ ਵੀ ਉਸ ਚੀਜ਼ ਦਾ ਸ਼ਿਕਾਰ ਹੋਏ ਹੋ। ਕੋਈ ਕੰਮ ਹੈ ਨਾ ਉਹਦੇ ਵਿੱਚ, ਜੇ ਆਪਾਂ ਕੰਮ ਕਰਨ ਲੱਗੇ ਆ ਨਾ, ਸਾਨੂੰ ਉੱਥੇ ਕੁੜੀਆਂ ਨੂੰ ਮੁੰਡਿਆਂ ਨੂੰ ਇਕੱਠਿਆਂ ਬਹਿਣਾ ਪੈਂਦਾ ਹੈ, ਜਨਾਨੀ ਬੰਦੇ ਨੂੰ ਇਕੱਠਿਆਂ ਬਹਿਣਾ ਪੈਂਦਾ, ਇਕੱਲਿਆਂ ਕੰਮ ਸਾਨੂੰ ਕੋਈ ਵੀ ਨਹੀਂ। ਇੱਕ ਚੌਂਕੇ ਦੇ ਵਿੱਚ ਜ਼ਰੂਰ ਦਰਾਣੀ ਜਠਾਣੀ ਬਹਿ ਜਾਂਦੀਆਂ ਨੇ, ਹਨਾ, ਉਹ ਵੀ ਇੱਕ ਸ਼ਰੀਕਾ ਹੁੰਦਾ ਆ ਇੱਕ ਹਿਸਾਬ ਦਾ। ਜ਼ਰੂਰੀ ਨਹੀਂ ਵੀ ਕੋਈ, ਜੇ ਬੰਦਾ ਤੇ ਔਰਤ ਕੰਮ ਕਰ ਰਹੇ ਨੇ, ਵੀ ਉਹਨਾਂ ਦਾ ਕੋਈ ਗਲਤ ਰਿਲੇਸ਼ਨ ਨਹੀਂ ਹੋਵੇ। ਸਾਡਾ ਸਮਾਜ ਇਸ ਚੀਜ਼ ਨੂੰ ਗਲਤ ਹੀ ਸਮਝੂਗਾ। ਉਸ ਦੇ ਕਰਕੇ ਮੈਮ ਬਹੁਤ ਲੇਡੀਜ਼ ਝੁਰ ਰਹੀਆਂ ਨੇ ਅੰਦਰ, ਜਿਹੜੀਆਂ ਬੈਠੀਆਂ ਤਾਂ ਹੀ ਨੇ, ਉਹ ਮਰਦੀਆਂ ਵੀ ਤਾਂ ਹੀ ਨੇ, ਕਿਉਂਕਿ ਕਈ ਤੇ ਇੱਜ਼ਤਾਂ ਤੋਂ ਡਰਦੀਆਂ ਮਰ ਜਾਂਦੀਆਂ ਨੇ ਵੀ ਸਾਨੂੰ ਲੋਕੀ ਕੀ ਕਹਿਣਗੇ। ਉੱਥੇ ਫੇਰ ਇਹੀ ਗੱਲ ਆਉਂਦੀ ਹੈ ਵੀ ਨਾ ਉਹ ਪੇਕਿਆਂ ਜੋਗੀਆਂ, ਨਾ ਉਹ ਸਹੁਰੇ ਜੋਗੀਆਂ। ਅੱਗੇ ਆ ਕੇ ਆਵਾਜ਼ ਚੱਕਣਗੇ ਤਾਂ ਉਹਨਾਂ ਦੇ ਕਰੈਕਟਰਾਂ ਤੇ ਉਂਗਲੀਆਂ ਚੱਕੀਆਂ ਜਾਣਗੀਆਂ, ਜਾਂ ਜਿਹੜੇ ਗੰਦੇ ਮਰਦ ਬਾਹਰ ਸਾਡੀ ਸੁਸਾਇਟੀ ਦੇ ਵਿੱਚ ਘੁੰਮ ਰਹੇ ਨੇ, ਉਹ ਉਹਨਾਂ ਤੋਂ ਸ਼ਿਕਾਰ ਹੋਣਗੀਆਂ। ਤੁਸੀਂ ਕਦੇ ਐਦਾਂ ਦਾ, ਕਦੇ ਤੁਹਾਡੇ ਔਰਤ ਦਾ ਕੋਈ ਸਾਥ ਮਾਂ ਹੀ ਦੇਗੀ ਨਾ, ਤੇ ਉਹਦੇ ਵਿੱਚ ਸਾਡੇ ਪੇਕੇ ਜਾਂ ਸਹੁਰੇ ਕਹਿਣਗੇ ਇਹਨੂੰ ਵਿਗਾੜਨ ਵਾਲੀ ਦੀ ਮਾਂ ਆ, ਇਹਨੂੰ ਸ਼ਹਿ ਦੇਣ ਵਾਲੀ ਦੀ ਮਾਂ ਆ, ਹਨਾ। ਬਲਕਿ ਜੇ ਧੀ ਭੈਣ ਕੰਮ ਸਹੀ ਵੀ ਕਰਦੀ ਆ ਨਾ, ਸਾਡਾ ਸਮਾਜ ਸਾਡੀਆਂ ਧੀਆਂ ਭੈਣਾਂ ਨੂੰ ਗਲਤ ਕਰਦਾ। ਧੀਆਂ ਭੈਣਾਂ ਅਦਰਵਾਈਜ਼ ਨਹੀਂ ਗਲਤ ਹੁੰਦੀਆਂ, ਸਾਡਾ ਸਮਾਜ ਕਰਦਾ ਆ। ਫਿਰ ਅਗਲੇ ਸੋਚਦਾ ਜੇ ਤੁਸੀਂ ਸਾਨੂੰ ਗਲਤ ਕਹਿ ਹੀ ਦਿੱਤਾ, ਚਲੋ ਮੈਂ ਗਲਤੀ ਹੋ ਜਾਂਦੀ। ਆਪਣੀ ਸੁਸਾਇਟੀ ਐਸੀ ਹੈ ਨਾ ਵੀ ਕਰੈਕਟਰ ਸਰਟੀਫਿਕੇਟ ਦੇਣ ਨੂੰ ਮਿੰਟ ਲਾਉਂਦੇ ਨੇ, ਜੱਜ ਘਰ ਦੇ ਵਿੱਚ ਉਹਨਾਂ ਨੇ ਕਦੀ ਨਹੀਂ ਦੇਖਣਾ, ਆਪਣੇ ਮੰਜੇ ਥੱਲੇ ਕਦੇ ਸੋਟਾ ਨਹੀਂ ਮਾਰਨਾ ਉਹਨਾਂ ਨੇ। ਮੈਂ ਅੱਜ ਇਹਨਾਂ ਚੀਜ਼ਾਂ ਨੂੰ ਮੈਂ ਦੇਖਿਆ, ਮੈਂ ਆਪਣੀ ਅੱਖੀਂ ਦੇਖਣ ਦੀ, ਕੀ ਕਹਿੰਦੇ ਹੱਥੀ ਸਰੋਂ ਜਮਾਈ ਆ, ਜਿਨ੍ਹਾਂ ਦੀਆਂ ਆਪਣੀਆਂ ਸਾਰਾ ਕੁਝ ਹੀ ਹੋਇਆ ਆ, ਧੀਆਂ ਭੈਣਾਂ ਦੇ ਨਾਲ, ਦੋਤੀਆਂ ਪੋਤੀਆਂ ਦੇ ਨਾਲ ਹੋਇਆ, ਉਹ ਵੀ ਇਹ ਚੀਜ਼ ਨੂੰ ਨਹੀਂ ਸੋਚਦੇ ਹੈਗੇ ਕਿ ਅਸੀਂ ਦੂਜੀ ਧੀ ਭੈਣ ਦੇ, ਜੇ ਸਾਡੇ ਨਹੀਂ ਧੀ, ਚਲੋ ਸਾਡੇ ਕੱਲ ਨੂੰ ਨੂੰਹ ਵੀ ਆਉਣੀ ਆ। ਅਕਸਰ ਕਿ ਗੱਲ ਕਹੀ ਜਾਂਦੀ ਹੈ ਵੀ ਭਰੋਸਾ ਆਪਣੇ ਆਪ ਤੇ ਰੱਖੋ, ਇੰਨਾ ਕੁ ਰੱਖੋ ਵੀ ਜਿਹੜੀ ਉਹਦੀ ਲਿਮਿਟ ਆਈਆਂ, ਜਿਹੜੀਆਂ ਉਹਦੀਆਂ ਉਮੀਦਾਂ ਨੇ, ਐਕਸਪੈਕਟੇਸ਼ਨਸ ਨੇ, ਉਹ ਸਿਰਫ ਆਪਾਂ ਨੂੰ ਪਤਾ ਹੋਣ। ਤੇ ਤੁਸੀਂ ਇਸ ਚੀਜ਼ 'ਚ ਆਏ ਹੋ, ਜਿਹੜੀਆਂ ਔਰਤਾਂ ਦੇਖ ਰਹੀਆਂ ਨੇ, ਤੁਹਾਡੀਆਂ ਭੈਣਾਂ ਮਾਵਾਂ ਮੈਂ ਕਹੂੰਗੀ, ਉਹਨਾਂ ਲਈ ਕੀ ਕਹਿਣਾ ਚਾਹੋਗੇ ਵੀ ਘਰ ਦੇ ਵਿੱਚ ਬੈਠੀਆਂ ਜਿਹੜੀਆਂ ਜ਼ੁਲਮ ਸਹਿ ਰਹੀਆਂ ਨੇ? ਮੈਂ ਇੱਕ ਤਾਂ ਕਹਿੰਦੀ ਹਾਂ ਜ਼ੁਲਮ ਨਹੀਂ ਸਹਿਣਾ ਚਾਹੀਦਾ, ਦੂਜਾ ਜਿਹੜੇ ਜ਼ੁਲਮ ਕਰਦੇ ਆ ਉਹਨਾਂ ਨੂੰ ਇੰਨੇ ਜ਼ੁਲਮ ਕਰਨੇ ਨਹੀਂ ਚਾਹੀਦੇ, ਕਿਉਂਕਿ ਉਹ ਆਤੂ ਮਜਬੂਰ ਹੁੰਦੇ ਆ ਜ਼ੁਲਮ ਕਰਨ ਵਾਲੇ ਵੀ। ਮੈਂ ਇੱਥੇ ਇਹ ਨਹੀਂ ਕਹਿੰਦੀ ਕਿ ਧੀਆਂ ਗਲਤ ਆ ਜਾਂ ਪੁੱਤ ਗਲਤ ਆ, ਸਾਡਾ ਸਮਾਜ ਉਹਨਾਂ ਨੂੰ ਗਲਤ ਕਰਦਾ ਵੀ ਆ। ਜੇ ਮੰਨ ਲਓ ਧੀ ਭੈਣ ਕੋਈ ਕਿਸੇ ਪਾਸੇ ਗਲਤ ਪਾਸੇ ਚੱਲ ਜਾਂਦੀ ਆ, ਤਾਂ ਉਹਨਾਂ ਨੂੰ ਸਹੀ ਰਾਹ ਤੁਸੀਂ ਦਿਖਾਉਣਾ ਆ। ਜਦੋਂ ਅਸੀਂ ਕਹਿ ਦਿੰਦੇ ਹਾਂ ਤੁਸੀਂ ਬਗਾਨੀਆਂ ਹੋ, ਸਹੁਰਿਆਂ ਨੇ ਵੀ ਕਹਿਤਾ ਬਗਾਨੀਆਂ, ਪੇਕਿਆਂ ਨੇ ਵੀ ਕਹਿਤਾ ਬਗਾਨੀਆਂ, ਉਹ ਕਿਸੇ ਜੋਗੀ ਨਹੀਂ ਰਹਿੰਦੀ, ਕਿਸੇ ਜੋਗੀ ਨਹੀਂ ਰਹਿੰਦੀ। ਕੱਲ ਨੂੰ ਜੇ ਧੀ ਪੁੱਤ ਜਵਾਨ ਹੁੰਦਾ, ਪਤਾ ਨਹੀਂ ਨੂੰਹ ਕਿੱਦਾਂ ਦੀ ਆਉਣੀ ਹੈ, ਜਵਾਈ ਕਿੱਦਾਂ ਦੇ ਆਉਣੇ ਆ, ਉਹਨਾਂ ਨੇ ਕੀ ਕਹਿਣਾ।
ਜੇ ਅਸੀਂ ਹੁਣ ਕੰਮ ਕਰਨੇ ਆ ਕੱਲ ਨੂੰ ਉਹਨਾਂ ਨੇ ਇਹ ਸਾਡੇ ਬੱਚਿਆਂ ਤੇ ਕਿੰਨਾ ਇਫੈਕਟ ਪੈਂਦਾ ਹੈ। ਇੱਕ ਔਰਤ ਜਾਤ ਐਸੀ ਹੈ ਜਿਹੜੀ ਸ਼ੁਰੂ ਤੋਂ ਦੁੱਖ ਦੇਖਦੀ ਆਉਂਦੀ ਹੈ, ਸਹਿੰਦੀ ਆਈ ਹੈ, ਉਹ ਸਹਿੰਦੀ ਆਈ ਆ ਪ੍ਰੈਗਨੈਂਸੀ ਵੇਲੇ, ਬੱਚਿਆਂ ਵੇਲੇ ਗੁਜ਼ਾਰਾ ਵੀ ਹੈ ਨਹੀਂ, ਸਰਕਲ ਹੀ ਨਹੀਂ ਚੱਲ ਸਕਦਾ ਔਰਤਾਂ ਬਿਨਾਂ, ਹਨਾ। ਔਰਤ ਬਿਨਾਂ ਉਹੀ ਗੱਲ ਕਹਿੰਦੇ ਆ ਨਾ ਵੀ ਔਰਤ ਬਿਨਾਂ ਗੁਜ਼ਾਰਾ ਨਹੀਂ ਹੈਗਾ, ਅੱਗਾ ਨਹੀਂ ਸਾਡਾ ਵੱਧਦਾ ਔਰਤ ਬਿਨਾਂ, ਔਰਤ ਨੂੰ ਥਾਂ ਵੀ ਕੋਈ ਨਹੀਂ ਹੈਗਾ। ਮੈਮ ਕਿਤੇ ਨਾ ਕਿਤੇ ਤੁਸੀਂ ਜਦ ਇਹ ਚੀਜ਼ਾਂ ਤੁਹਾਡੀਆਂ ਲੱਗ ਹੋਈਆਂ, ਕਦੇ ਕਿਸੇ ਕੋਈ ਸ਼ਰਾਰਤੀ ਅਨਸਰ ਨੇ ਕਦੇ ਤੁਹਾਡੇ ਨਾਲ ਕੋਈ ਗਲਤ ਹਰਕਤ ਤਾਂ ਨਹੀਂ ਕੀਤੀ? ਮੇਰੇ ਨਾਲ ਤੇ ਪੁਲਿਸ ਨੇ ਵੀ ਕੀਤੀ ਸੀ, ਮੈਂ ਗੱਡੀ ਲੈ ਕੇ ਜਾਣ ਦੀ ਸੀ, ਉਹਨੇ ਵੀ, ਸਾਰੀ ਪੁਲਿਸ ਨਹੀਂ ਮੈਂ ਐਵੇਂ ਕਹਾਂ, ਮੇਰੇ ਨਾਲ ਪੁਲਿਸ ਬਹੁਤ ਜ਼ਿਆਦਾ ਕੰਪਰੋਮਾਈਜ਼ ਕਰਦੀ ਆ, ਮੇਰੀ ਬਹੁਤ ਹੈਲਪ ਵੀ ਕਰਦੀ ਆ। ਇੱਕ ਸੀ ਇਨਸਾਨ, ਉਹ ਸ਼ਾਇਦ ਪੁਲਿਸ ਦੇ ਵਿੱਚ ਨਵਾਂ ਭਰਤੀ ਹੋਇਆ ਸੀ, ਉਹਨੇ ਮੇਰੇ ਨਾਲ ਗਲਤ ਹਰਕਤ ਕੀਤੀ ਸੀ, ਉਹਦਾ ਮੈਂ ਉਹਨੂੰ ਜਵਾਬ ਹੀ ਦਿੱਤਾ ਸੀ। ਕੀ ਇਨਸੀਡੈਂਟ ਹੋਇਆ ਸੀ ਅੱਜ? ਜਿਸ ਤਰ੍ਹਾਂ ਮੈਂ ਡੈਡ ਬੋਡੀ ਲੈ ਕੇ ਜਾਣ ਦੀ ਸੀ, ਰਾਤ ਨੂੰ 1:30 ਦਾ ਟਾਈਮ ਸੀ, ਬਰਸਾਤ ਬਹੁਤ ਹੋਣ ਡਈ ਸੀ, ਪੁਲਿਸ ਇੱਕ ਗੱਡੀ ਮੇਰੇ ਅੱਗੇ ਸੀ ਇੱਕ ਪਿੱਛੇ ਸੀ, ਡੈਡ ਬੋਡੀ ਦੇ ਨਾਲ ਉਹ ਮੇਰੇ ਨਾਲ ਪੁਲਿਸ ਵਾਲਾ ਅੱਗੇ ਬੈਠਾ ਸੀ। ਪੁਲਿਸ ਵਾਲੇ ਨੇ ਮੇਰੇ ਨਾਲ ਹੌਲੀ ਹੌਲੀ ਟੱਚ ਕਰਦੇ ਕਰਦੇ ਮੇਰੇ ਮੋਢੇ ਤੱਕ ਆ ਗਿਆ, ਟੱਚ ਕਰਦਾ ਕਰਦਾ ਗੱਲ ਕਰਦਾ, ਤੂੰ ਗੱਲ ਕਰਨ ਤੁਸੀਂ ਡਰਾਈਵ ਕਰ ਰਹੇ ਸੀ? ਮੈਂ ਡਰਾਈਵ ਕਰਨ ਡਈ ਆ, ਤੂੰ ਗੱਲ ਕਰਨ ਡਿਆ, ਤੂੰ ਜ਼ਬਾਨ ਨਾਲ ਗੱਲ ਕਰ, ਕੋਈ ਨਹੀਂ ਮੈਂ ਤੁਹਾਡਾ ਸਹਾਰਾ ਆ, ਤੂੰ ਮੇਰਾ ਸਹਾਰਾ ਮਾਮਾ ਲੱਗਣਾ, ਤੂੰ ਮੇਰਾ ਸਹਾਰਾ ਆ। ਮੈਂ ਫਿਰ ਗੱਡੀ ਸਾਈਡ ਤੇ ਲਾ ਕੇ, ਮੇਰੇ ਗੱਡੀ ਦੇ ਵਿੱਚ ਹਥਿਆਰ ਸੀ, ਮੈਂ ਕੱਢ ਲਿਆ ਬਾਹਰ, ਮੈਂ ਉਹਨੂੰ ਕਾਲਰ ਤੋਂ ਫੜ ਲਿਆ, ਫਿਰ ਬਾਹਰ ਕੱਢਿਆ, ਫਿਰ ਜਿੱਥੇ ਵੱਜਦੀਆਂ ਵੱਜਣ ਦੋ, ਮੈਂ ਤਾਂ ਸੜੀ ਤਪੀ ਪਹਿਲਾਂ ਹੀ ਘਰੋਂ ਬਾਹਰ ਨਿਕਲੀ ਆ, ਤੂੰ ਉੱਠ ਕੇ ਮੈਨੂੰ ਸਹਾਰਾ ਦੇਣ ਲੱਗਾ, ਤੇ ਮੈਨੂੰ ਤਾਂ ਸਹਾਰਾ ਆਪਣੇ ਨੇ, ਤੇ ਤੂੰ ਕੌਣ ਹੁੰਦਾ ਮੈਨੂੰ ਸਹਾਰਾ ਦੇਣ ਵਾਲਾ? ਆਪਣੇ ਸਮਾਜ ਦੇ ਵਿੱਚ ਇਹ ਚੀਜ਼ ਕੀਤੀ ਜਾਂਦੀ ਹੈ ਨਾ, ਜਦ ਔਰਤ ਕੋਈ ਕੰਮ ਕਰਦੀ ਆ ਉਹਨੂੰ ਹਮੇਸ਼ਾ ਗਲਤ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ, ਤੇ ਬਹੁਤ ਸ਼ਰਾਰਤੀ ਅਨਸਰ ਐਸੇ ਹੁੰਦੇ ਨੇ ਵੀ ਜਿਹੜਾ ਉਹਦਾ ਨਜਾਇਜ਼ ਫਾਇਦਾ ਚੱਕਣਾ ਚਾਹੁੰਦੇ ਹੁੰਦੇ ਨੇ। ਉਹ ਨਜਾਇਜ਼ ਵੀ ਰਾਤ ਨੂੰ ਜਨਾਨੀ ਚੱਲੀ ਆ, ਵੀ ਖਰੇ ਗਲਤੀ ਚੱਲੀ ਆ, ਜੇ ਮੈਂ ਗਲਤ ਚੱਲੀ ਤਾਂ ਮੈਂ ਡੈਡ ਬੋਡੀ ਪਿੱਛੇ ਪਾ ਕੇ ਕਿਉਂ ਤੁਰੀ ਆ? ਮੈਂ ਤੁਹਾਡੇ ਵਰਗਿਆਂ ਨਾਲ ਤੁਰੀ ਫਿਰਾਂ? ਸਾਰੇ ਪੁਲਿਸ ਵਾਲੇ ਨਹੀਂ ਇੱਕੋ ਜਿਹੇ ਹੁੰਦੇ, ਪਰ ਉਹ ਇੱਕ ਇਨਸਾਨ ਮੈਨੂੰ 2007 ਤੋਂ ਲੈ ਕੇ ਅੱਜ ਤੱਕ ਇੱਕ ਇਨਸਾਨ ਹੀ ਮਿਲਿਆ, ਮੇਰੀ ਪੁਲਿਸ ਨੇ ਬਹੁਤ ਹੈਲਪ ਕੀਤੀ ਸਾਰੇ ਪਾਸੇ। ਤੇ ਹੁਣ ਤੱਕ ਤੁਸੀਂ ਉਹ ਚੀਜ਼ ਕੰਟੀਨਿਊ ਰੱਖੀ ਹੋਈ ਹੈ? ਹੁਣ ਤੁਸੀਂ ਕਿੱਥੇ ਜੌਬ ਕਰਦੇ ਹੋ? ਮੈਂ ਜਿੱਥੇ ਜੌਲ ਹਸਪੀਟਲ ਜੌਬ ਕਰਨੀ ਆ, ਰਮਾ ਮੰਡੀ ਡਾਕਟਰ ਜੌਲ ਦੇ ਕੋਲ ਜੌਬ ਕਰਨੀ ਆ। ਮਤਲਬ ਕਿ ਉਹ ਚੀਜ਼ ਨੂੰ ਇਹ ਸੋਚਦੇ ਆ ਕਿ ਅਸੀਂ ਲੇਡੀਜ਼ ਨਹੀਂ ਡਰਾਈਵਰ ਰੱਖੀ, ਅਸੀਂ ਬੰਦਾ ਹੀ ਰੱਖਿਆ ਆ। ਉਹ ਬੰਦੇ ਵਾਲੇ ਜੀਨਸ ਆਪੇ ਆ ਜਾਂਦੇ ਨੇ ਜਦ ਇੰਨੀਆਂ ਚੀਜ਼ਾਂ ਨਜਿੱਠਣੀਆਂ ਨੇ, ਇੱਕ ਜ਼ਿੰਮੇਵਾਰੀ ਨਜਿੱਠਣੀ ਹੈ ਸਮਾਜ ਦੇ ਵਿੱਚ, ਇੰਨਾ ਗੰਦਾ ਸਮਾਜ ਆਪਾਂ ਉਸ ਦੇ ਵਿੱਚ ਰਹਿੰਦੇ ਆ, ਉਸ ਚੀਜ਼ਾਂ ਨੂੰ ਫੇਸ ਕਰਦੇ ਆ, ਤੇ ਉਹ ਔਰਤ ਨਹੀਂ ਹੁੰਦੀ, ਉਹ ਮਰਦ ਹੀ ਹੋ ਜਾਂਦਾ ਆ। ਮੈਂ ਕਹਿੰਦੀ ਆ, ਮੈਂ ਆਪਣੇ ਘਰਦਿਆਂ ਤੋਂ ਕੀ ਕਹਿੰਦੇ ਨੇ, ਲੋਹੇ ਵਾਂਗੂ ਤਪ ਕੇ ਨਿਕਲੀ ਆ। ਜਿੱਦਾਂ ਮੇਰੇ ਘਰਦਿਆਂ ਨੇ ਮੇਰੇ ਬੇਟੇ ਤੇ ਵੀ ਕੇਸ ਪਾਤੇ ਸੀ, ਮੇਰੇ ਆਪਣੇ ਸਕੇ ਭਰਾਵਾਂ ਨੇ। ਸਗੇ ਭਰਾਵਾਂ ਨੇ ਤੁਹਾਡੇ ਬੇਟੇ ਤੇ ਕੇਸ ਪਾਏ? ਬੇਟੇ ਤੇ ਕੇਸ ਪਾਤੇ ਸੀ, ਕਿਉਂਕਿ ਜ਼ਮੀਨ ਦਾ ਕੇਸ ਮੈਂ ਕਰਤਾ ਸੀ ਉਹਨਾਂ ਤੇ, ਕਿ ਮੈਨੂੰ ਆਪਣਾ ਮੇਰੀ ਮਾਂ ਦਾ ਹੱਕ ਦਿਓ। ਮੇਰੀ ਮਾਂ ਨੇ ਵਸੀਅਤ, ਮੈਂ ਤੁਹਾਨੂੰ ਦੱਸਣ ਲੱਗੀ ਸੀ ਅੱਗੇ, ਮੇਰੀ ਮਾਂ ਨੇ ਵਸੀਅਤ ਉਹਨਾਂ ਦੇ ਨਾਂ ਕਰਾਤੀ ਸੀ। ਜਿਸ ਦਿਨ ਉਹਨੇ ਫ੍ਰਿਜ ਲੈ ਕੇ ਦਿੱਤੀ ਆ, ਤੇ ਮੇਰੇ ਭਰਾ ਨੇ ਚਪੇੜ ਮਾਰੀ ਮੇਰੇ ਮੂੰਹ ਤੇ, ਮਾਂ ਦੇ ਮੂੰਹ ਤੇ। ਜਦੋਂ ਉਹਨਾਂ ਨੇ 8ਵੇਂ ਮਹੀਨੇ 'ਚ ਕੈਂਸਲ, ਤੀਜੇ ਮਹੀਨੇ 'ਚ ਕਰਾਈ ਸੀ ਮਾਂ ਨੇ ਭਰਾਵਾਂ ਦੇ ਨਾਂ ਜ਼ਮੀਨ, 8ਵੇਂ ਮਹੀਨੇ ਉਹਨਾਂ ਨੇ ਕੈਂਸਲ ਕਰਾਤੀ ਜਾ ਕੇ। ਜਦੋਂ ਹੁਣ ਤੁਸੀਂ ਇੱਥੇ ਸਾਰੇ ਜਾਣਦੇ ਹੋ, ਪੜ੍ਹੇ ਲਿਖੇ ਆ, ਵਸੀਅਤ ਕੈਂਸਲ ਬਾਅਦ 'ਚੋਂ ਸਾਰੇ ਬੱਚਿਆਂ ਦੇ ਨਾਂ ਹੀ ਹੋਣੀ ਚਾਹੀਦੀ ਆ। ਮੇਰੇ ਭਰਾਵਾਂ ਨੇ ਉਹ ਵਸੀਅਤ ਜਿਹੜੀ ਆਪਣੇ ਨਾਂ ਕਰਾ ਲਈ, ਮੇਰੀ ਕੋਈ ਵਿੱਚੋਂ ਹਿੱਸਾ ਨਹੀਂ ਮਿਲਿਆ। ਮੇਰੀ ਮਾਂ ਮਰਨ ਦੀ ਦੇਰ ਹੋਈ ਆ ਨਾ, ਵਸੀਅਤ ਆਪਣੇ ਨਾਂ ਕਰਾ ਲਈ, ਵਸੀਅਤ ਕੈਂਸਲ ਜਿਹੜੀ ਸੀ, ਬਲਕਿ ਸਾਡੇ 5 ਭੈਣ ਭਰਾਵਾਂ ਦੇ ਨਾਂ ਲੱਗਣੀ ਚਾਹੀਦੀ ਸੀ। ਉਸ ਤੋਂ ਬਾਅਦ ਤੁਸੀਂ ਫਿਰ ਜਦ ਤੁਹਾਡੇ ਭਰਾਵਾਂ ਨੇ ਤੁਹਾਡੇ ਨਾਲ ਇਹ ਚੀਜ਼ ਕੀਤੀ, ਸਹੁਰੇ ਪਰਿਵਾਰ ਵੱਲੋਂ ਤੁਸੀਂ ਠੁਕਰਾਏ ਗਏ, ਤੁਸੀਂ ਫਿਰ ਉਹ ਚੀਜ਼ ਨੂੰ ਕਿੱਦਾਂ ਆਪਣੇ ਅੱਗੇ ਵਧਣ ਦਾ ਸੋਚਿਆ? ਕਿੱਥੇ ਰਹੇ ਫਿਰ ਤੁਸੀਂ? ਮੈਂ ਉੱਥੋਂ ਜਿਸ ਤਰ੍ਹਾਂ ਥਾਂ ਇਹ ਮੇਰੇ ਘਰ ਵਾਲੇ ਦੇ ਨਾਂ ਸੀ, ਇਹਨੇ ਔਖਾ ਹੋ ਕੇ ਬੜਾ ਵੇਚਿਆ, ਠਾਣਿਆਂ ਕਚਹਿਰੀਆਂ 'ਚੋਂ ਵੀ ਗਈ, ਫਿਰ ਇਹਨੇ ਉਹ ਦਿੱਤਾ ਥਾਂ, ਮਤਲਬ 2 ਲੱਖ ਦਾ 2.5 ਦਾ ਵਿਕਿਆ, ਫਿਰ ਮੈਂ ਇੱਥੇ ਆ ਗਈ। ਫਿਰ ਵੀ ਮੇਰੇ ਭਰਾਵਾਂ ਨੇ ਮੇਰਾ ਪਿੱਛਾ ਬਹੁਤ ਕੀਤਾ, ਮੈਂ ਕੋਰਟ 'ਚ ਕੇਸ ਕਰਤਾ ਸੀ। ਜਿੱਦਣ ਮੇਰੇ ਘਰ ਵਾਲੇ ਨੂੰ ਤੁਹਾਨੂੰ ਦੱਸਿਆ ਦਰੰਗ ਹੋਇਆ ਸੀ, ਮੈਂ 5000 ਰੁਪਈਆ ਮੰਗਿਆ, ਮੇਰੇ ਭਰਾਵਾਂ ਨੇ ਨਹੀਂ ਦਿੱਤਾ, ਕਿਉਂਕਿ ਮੈਨੂੰ ਪਤਾ ਸੀ ਮੇਰਾ ਹੱਕ ਹੈਗਾ ਉੱਥੇ। ਆਪਾਂ ਕਿੱਦਾਂ ਕਹਿ ਦਿੰਦੇ ਸਾਡਾ ਭਰਾਵਾਂ 'ਤੇ ਹੱਕ ਆ, ਸਾਡਾ ਹਿੱਸਾ ਜ਼ਮੀਨ ਦਾ ਨਾ ਵੀ ਹੋਵੇ ਫਿਰ ਵੀ ਆਪਾਂ ਕਹਿੰਦੇ ਸਾਡਾ ਭਰਾਵਾਂ 'ਤੇ ਹੱਕ ਆ। ਕਿਉਂ ਕਹਿੰਦੇ? ਸਾਡੇ ਮਾਂ ਪਿਓ ਨੇ ਸਾਨੂੰ ਹੱਕ ਦਿੱਤੇ ਹੁੰਦੇ, ਤੇ ਜਦੋਂ ਸਾਨੂੰ ਹੱਕ ਹੀ ਨਹੀਂ ਦਿੰਦੇ ਫਿਰ ਸਾਡੇ ਭਰਾ ਕਾਹਦੇ ਆ? ਫਿਰ ਤੇ ਤੈਨੂੰ ਮੈਨੂੰ ਜਿਹਨੂੰ ਮਰਜ਼ੀ ਭਰਾ ਬਣਾ ਲਓ। ਕਦੇ ਤੁਹਾਡੇ ਹਸਬੈਂਡ ਨੇ ਤੁਹਾਡੇ ਨਾਲ ਕੋਈ ਐਸੀ ਹਰਕਤ ਤਾਂ ਨਹੀਂ ਕੀਤੀ ਵੀ ਸ਼ਰਾਬੀ ਬੰਦੇ ਕਹਿ ਦਿੰਦੇ ਆ ਵੀ ਸੁਰਤ ਨਹੀਂ ਹੁੰਦੀ, ਕਦੇ ਤੁਹਾਨੂੰ ਕੋਈ ਗਲਤ ਅਨਸਰਾਂ ਨਾਲ ਜਾਂ ਕੁਛ ਐਦਾਂ ਦੀ ਚੀਜ਼ ਤਾਂ ਨਹੀਂ ਹੋਈ ਤੁਹਾਡੇ ਨਾਲ? ਮੇਰੇ ਘਰ ਵਾਲੇ ਨੇ ਮੈਨੂੰ ਸ਼ਰਾਬ ਦੇ ਵਿੱਚ 200 ਰੁਪਏ 'ਚ ਵੇਚ ਵੀ ਦਿੱਤਾ ਸੀ। ਬੰਦੇ ਨੇ ਜਦੋਂ ਸਾਰਾ ਕੁਝ ਹੀ ਵੇਚ ਦਿੱਤਾ ਤੇ ਜਨਾਨੀ ਵੇਚ ਦਿੱਤੀ ਤਾਂ ਪਿੱਛੇ ਕੀ ਰਹਿ ਗਏ? ਘਰ ਵਾਲਿਆਂ ਨੇ ਇਦਾਂ ਦੇ ਲੜ ਲਾਤਾ ਸੀ, ਮੈਂ ਕਹਿਣਾ ਵੀ ਕਿਹਨੂੰ ਸੀ। ਫਿਰ ਆਏ ਵੀ ਸੀ ਉਹ ਮਗਰ, ਪਰ ਤੁਹਾਡੇ ਮਗਰੋਂ ਆਉਣ ਦਾ ਕੀ ਫਾਇਦਾ ਜਦੋਂ ਤੁਸੀਂ ਮੈਨੂੰ ਸ਼ਰਾਬੀ ਦੇ ਲੜ ਲਾਤਾ। ਫਿਰ ਇੱਥੇ ਉਹ ਘਰ ਵਾਲਾ ਮੇਰਾ ਕਹਿੰਦਾ, ਸਾਰੇ ਕਹਿੰਦੇ ਸੀ ਕਿ ਸ਼ਰਾਬ ਪੀ ਕੇ ਤੇਰੀ ਭੈਣ ਦੇ ਘਰ ਜਾਂਦਾ ਹੀ ਰਿਹਾ, ਇਹਨੂੰ ਪਹਿਲਾਂ ਨਹੀਂ ਸੀ ਪਤਾ ਕਿ ਸ਼ਰਾਬੀ ਆ। ਮਤਲਬ ਤੁਹਾਡੀ ਭੈਣ ਦਾ ਵਿੱਚ ਤੁਹਾਡੀ ਭੈਣ ਨੇ ਰਿਸ਼ਤਾ ਕਰਵਾਇਆ? ਮੇਰੀ ਭੈਣ ਦਾ ਸੀ, ਮੇਰੀਆਂ ਭੈਣ ਦਾ ਤੇ ਮੇਰੀਆਂ ਭਰਜਾਈਆਂ ਦੋ ਦਾ। ਪਿੰਡ ਦੇ ਵਿੱਚ ਰਹਿਣ ਦੇ ਬਾਵਜੂਦ ਮੇਰੀ ਭੈਣ ਨੇ ਰਿਸ਼ਤਾ ਤਾਂ ਹੋਣ ਦੇ ਬਾਵਜੂਦ ਤੁਹਾਨੂੰ ਉਹਨਾਂ ਦੇ ਲੜ ਲਾਇਆ। ਮੈਨੂੰ ਇਦਾਂ ਦੇ ਨਰਕ ਦੇ ਵਿੱਚ ਮੇਰੀ ਭੈਣ ਨੇ ਸੁੱਟਿਆ, ਮੈਨੂੰ ਨਹੀਂ ਪਤਾ ਉਹਨੂੰ ਕੀ ਲਾਲਚ ਸੀ ਵੀ ਉਹਨੇ ਮੇਰੇ ਨਾਲ ਇਦਾਂ ਕਿਉਂ ਕੀਤੀ। ਔਰਤਾਂ ਜਿਹੜੀਆਂ ਘਰ ਦੇ ਵਿੱਚ ਆਪਾਂ ਪਹਿਲਾਂ ਗੱਲ ਕੀਤੀ ਇਸ ਚੀਜ਼ ਦਾ ਸ਼ਿਕਾਰ ਹੋ ਰਹੀਆਂ ਨੇ ਤੇ ਉਹ ਅੱਗੇ ਵੱਧ ਚੜ ਕੇ ਨਹੀਂ ਆ ਰਹੀਆਂ, ਉਹਨਾਂ ਲਈ ਇੱਕ ਤੁਸੀਂ ਸੰਦੇਸ਼ ਸਾਡੇ ਚੈਨਲ ਰਾਹੀਂ ਜੋ ਦੇਣਾ ਚਾਹੋਗੇ? ਮੈਂ ਤਾਂ ਇਹੀ ਕਹਿੰਦੀ ਹਾਂ ਕਿ ਸਮਾਜ ਵੱਲ ਨਾ ਦੇਖੋ, ਆਪਣਾ ਆਪ ਦੇਖੋ।
ਅੱਗੇ ਵਧੋ। ਜੇ ਸਮਾਜ ਨੇ ਨਹੀਂ ਨਾ ਦੇਣਾ ਖਾਣ ਨੂੰ। ਸਮਾਜ ਨੇ ਨਹੀਂ ਤੁਹਾਨੂੰ ਖਾਣ ਨੂੰ ਦੇਣਾ। ਜੇ ਤੁਸੀਂ ਸਹੀ ਆ ਨਾ, ਤੁਹਾਨੂੰ ਕਿਸੇ ਦਾ ਕੋਈ ਡਰ ਨਹੀਂ। ਤੁਸੀਂ ਰਾਤ ਨੂੰ ਨਿਕਲ ਜਾਓ, ਤੁਸੀਂ ਦਿਨੇ ਨਿਕਲ ਜਾਓ, ਤੁਹਾਨੂੰ ਕੋਈ ਡਰ ਨਹੀਂ। ਜੰਗਲ ਬੀਆਬਾਨ 'ਚ ਨਿਕਲ ਜਾਓ, ਤੁਹਾਨੂੰ ਕੋਈ ਡਰ ਨਹੀਂ। ਜੇ ਤੁਸੀਂ ਗਲਤ ਨਹੀਂ ਨਾ, ਤੁਹਾਨੂੰ ਕੋਈ ਡਰ ਨਹੀਂ ਹੈਗਾ। ਜੇ ਤੁਸੀਂ ਸਹੀ ਆ, ਤੁਹਾਨੂੰ ਜਿੱਥੇ ਮਰਜ਼ੀ ਕਹਿੰਦੇ ਹਾਥੀ ਚੱਲੀ ਜਾਂਦਾ, ਕੁੱਤੇ ਭੌਂਕਦੇ ਰਹਿੰਦੇ ਆ। ਜੇ ਤੁਸੀਂ ਆਪਣਾ ਅੱਗਾ ਸਵਾਰਨਾ ਨਾ, ਤੁਸੀਂ ਸਮਾਜ ਦੀ ਪਰਵਾਹ ਨਾ ਕਰੋ, ਅੱਗੇ ਵਧੋ। ਮੈਂ ਇੱਕ ਨਾ ਪੜ੍ਹੀ ਹੋਣ ਦੇ ਬਾਵਜੂਦ, ਮੈਂ ਚਿੱਟੀ ਅਨਪੜ੍ਹ, ਮੈਂ ਫਿਰ ਵੀ ਅੱਗੇ ਵਧੀ ਹਾਂ। ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਇੱਕ ਮਿਸਾਲ ਬਣੇ ਹੋ ਲੋਕਾਂ ਦੇ ਲਈ, ਔਰਤਾਂ ਦੇ ਲਈ। ਮੈਂ ਇਹੀ ਔਰਤਾਂ ਨੂੰ ਕਹਿੰਦੀ ਹਾਂ ਕਿ ਅੱਗੇ ਕਾਕੇ ਆਓ। ਜਿੰਨੇ ਵੀ ਤੁਸੀਂ ਭੈਣਾਂ ਮੇਰੀਆਂ ਉਹ ਅੱਗੇ ਆਓ। ਕਿਸੇ ਦੇ ਮੁਤਾਜ ਨਾ ਹੋਵੋ, ਕਿਸੇ ਦੇ ਗੁਲਾਮ ਨਾ, ਸਹੁਰਿਆਂ ਦੇ ਨਾ ਪੇਕਿਆਂ ਦੇ। ਜੇ ਤੁਸੀਂ ਤੁਹਾਡੇ ਸਹੁਰੇ ਪੇਕੇ ਤੁਹਾਨੂੰ ਸਹੀ ਚੱਲਦੇ ਆ, ਤੁਸੀਂ ਚੱਲੋ। ਜੇ ਤੁਹਾਡੀ ਉਹ ਨਹੀਂ ਕੋਈ ਸਾਥ ਦਿੰਦਾ, ਅੱਬਲ ਤੇ ਸਹਾਰਾ ਲਓ ਨਾ ਕਿਸੇ ਦਾ। ਜੇ ਲੈਣਾ ਤੇ ਪਰਮਾਤਮਾ ਦਾ ਸਹਾਰਾ ਤੱਕਣ ਲੱਗ ਜਾਂਦੇ ਆ ਤੇ ਉਦੋਂ ਹੀ ਡੁੱਬਦੇ ਆ। ਸਹਾਰਾ ਤੱਕੋ ਨਾ, ਤੱਕੋ ਤੇ ਪਰਮਾਤਮਾ ਦਾ ਤੱਕੋ। ਨਾ ਮੇਰੇ ਸਹੁਰੇ ਬਣਿਆ, ਨਾ ਮੇਰੇ ਪੇਕੇ, ਨਾ ਮੇਰੇ ਘਰ ਵਾਲਾ ਬਣਿਆ, ਮੇਰਾ ਕੋਈ ਵੀ ਨਹੀਂ ਬਣਿਆ। ਤੇ ਮੈਂ ਬਣਾਉਣਾ ਵੀ ਨਹੀਂ ਹੁਣ ਚਾਹੁੰਦੀ ਕਿਸੇ ਨੂੰ। ਮੈਂ ਕਹਿੰਦੀ ਹਾਂ ਮਾਲਕ ਮੇਰੇ ਨਾਲ ਆ। ਬਸ ਤੁਸੀਂ ਇਹ ਕਹੋ ਸਾਨੂੰ ਰੱਬ ਤੰਦਰੁਸਤੀ ਦੇਵੇ ਤੇ ਆਪਾਂ ਅੱਗੇ ਵਧਣਾ ਆ। ਮੈਂ ਇਹੀ ਕਹਿੰਦੀ ਹਾਂ। ਸੋ ਦੋਸਤੋ, ਇਹ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਅਸੀਂ ਮਨਜੀਤ ਕੌਰ, ਜਿਨ੍ਹਾਂ ਨੂੰ ਐਂਬੂਲੈਂਸ ਡਰਾਈਵਰ, ਇਕੱਲੇ ਲੇਡੀ ਰਹਿ ਚੁੱਕੇ ਨੇ ਜਿਹੜੇ ਐਂਬੂਲੈਂਸ ਡਰਾਈਵ ਕਰਦੇ ਨੇ। ਅੱਜ ਦੀ 21st ਸੈਂਚੁਰੀ ਦੇ ਵਿੱਚ ਦੇਖਿਆ ਜਾਵੇ, ਕੋਈ ਐਸਾ ਕੰਮ ਨਹੀਂ ਜਿਹੜੀ ਜਨਾਨੀ ਨਹੀਂ ਕਰ ਸਕਦੀ। ਖਰਚੇ ਇੰਨੇ ਕੁ ਵੱਧ ਚੁੱਕੇ ਨੇ ਵੀ ਔਰਤ ਮਰਦ ਦੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਕਮਾਈ ਕਰ ਰਹੀ ਹੈ। ਆਪਣੇ ਸਮਾਜ ਦੇ ਵਿੱਚ ਜਿਹੜਾ ਔਰਤਾਂ ਨੂੰ ਦਰਜਾ ਦਿੱਤਾ ਗਿਆ ਹੈ ਵੀ ਜੇ ਉਹ ਕੋਈ ਖੁੱਲ੍ਹੇਆਮ ਕੋਈ ਕੰਮ ਕਰਦੀ ਹੈ ਤਾਂ ਉਸ ਨੂੰ ਗਲਤ ਕਰੈਕਟਰ ਨਾਲ ਦੇਖਿਆ ਜਾਂਦਾ ਹੈ ਤੇ ਉਸ ਦੇ ਨਾਲ ਗਲਤ ਅਸ਼ਲੀਲ ਹਰਕਤਾਂ ਵੀ ਕੀਤੀਆਂ ਜਾਂਦੀਆਂ ਨੇ। ਪਰ ਇਸ ਚੀਜ਼ ਦਾ ਜਿਹੜਾ ਸ਼ਿਕਾਰ ਹੈ ਔਰਤਾਂ ਹੋ ਰਹੀਆਂ ਨੇ, ਉਹਨਾਂ ਨੂੰ ਅੱਗੇ ਆਉਣਾ ਪੈਣਾ ਹੈ ਵੱਧ ਚੜ ਕੇ। ਪੁਲਿਸ ਕਮਿਸ਼ਨ ਤੱਕ, ਅੱਗੇ ਤੋਂ ਅੱਗੇ ਮੀਡੀਆ ਇੱਕ ਐਡੀ ਕੁ ਵੱਡੀ ਤਾਕਤ ਹੈ ਜਿਸ ਦੇ ਅੱਗੇ ਉਹ ਆਪਣਾ ਦਰਦ ਜ਼ਾਹਿਰ ਕਰਕੇ ਉਹ ਚੀਜ਼ ਨੂੰ ਨਜਿੱਠ ਸਕਦੀਆਂ ਨੇ। ਸੋ ਮੈਨੂੰ ਹੇਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਇੱਕ ਨਵੀਂ ਇੰਟਰਵਿਊ ਦੇ ਨਾਲ। ਚੈਨਲ ਸਾਡਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਦਬ ਲਿਓ।